ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸੱਚ ਜੁਗਾਦਿ ਸੱਚ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਚ न होवई जे सोची लखवार चुपै चुप न होवई जे लाए रहा लिवतार। भुखिया भुख न उतरी जे बन्ना पुरिया भार सह सियाणपा लख होए ता इक न चलै नाल। किव सचियारा होई है किव पाल हुकम रजाई च चलना नानक लिखिया नाल। हुक्मी होवन अपार हुक्म न कहिया जाई हुक्मी होवन जी हुक्म मिलै वडियाई। हुक्मी उत्तम नीच हुक्म लिख दुख सुख पाइया इतना हुक्मी बख्शीस हुक्मी सदा भगाइया। हुक्म अंदर सब बाहर हुक्म न कोय नानक हुक्म जे पुछै ता हमै कह न कोय। गावै को ताण होवै किसै ताण गावै को दात जाने निशान गावै को गुण वडियाइयां चार गावै को विद्या विखम विचार। गावै को साज करे तनखे गावै को जिय लै फिर देह। गावै को जापै दिसै दूर गावै को वेखै हादरा दूर। कथना कथि न आवै टोट कथ कथ कथि कोटि कोट कोट। देंदा दे लैन दे थक पाहे जुगा जुगंतर खाही खाहे। हुक्मी हुकम चलाए राहो नानक विगसै वे परवाहो। साचा साहिब साच नाए भगता भाओ पार आखै मंगै दे दे ਦਾਤ ਕਰੇਗਾ ਦਾਰ। ਫੇਰ ਕੇ ਆਗਿਆ ਰਖੀ ਹੈ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ। ਨਾਨਕ ਐਵੈ ਜਾਣੀਐ ਸਭ ਆਪੇ ਸਚਿਆਰ। ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣਿਐ ਮਨ ਰਖੀਐ ਭਾਉ ਦੁਖ ਪਰ ਹਰਿ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ। ਗੁਰਾਂ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੈ ਕਹਿ ਨਾਇ ਕਰੀ ਜੇਤੀ ਸਚ ਪਾਈ ਦੇਖਾ ਵਿਣ ਕਰਮਾ ਕਿਆ ਵਿਣਾ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ ਜੇਤ ਗੁਰ ਕੀ ਸਿਖ ਸੁਣੀ ਗੁਰਾਇ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਏ। ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵਈ ਤਾ ਬਾਤ ਨਾ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਤੇ ਤੇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਇ ਕਰੇ। ਸੁਣਿਆ ਸਦ ਪੀਰ ਸਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਪਗ ਨ ਸਕਿਆ ਕਾਲ। ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ। ਸੁਣਿਆ ਈਸਰ ਬਰਮਾਇਨ ਸੁਣਿਆ ਮੁਖ ਸਾਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ। ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ। ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ। ਸੁਣਿਆ ਸਰਾ ਗੁਣਾ ਕੇ ਗਾਹਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹ। ਸੁਣਿਆ ਹਾਥ ਹੋਵੈ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ। ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਹੇ। ਕਾਗਦ ਕਲਮ ਨ ਲਿਖਣ ਹਾਰ ਮੰਨੈ ਕਾਪੈ ਕੰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ। ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਮ ਕੈ ਸਾਥ ਨ ਜਾਏ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ। ਮੰਨੈ ਮਾਰਗ ਠਾਕ ਨ ਪਾਏ ਮੰਨੈ ਪਦ ਸੋ ਪ੍ਰਗਟ ਜਾਏ। ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ। ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿਖ। ਮੰਨੈ ਨਾਨਕ ਭਵੈ ਨ ਬਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ।
ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚਾ ਸੋਹਾ ਤਰਰਾ ਜਾਨ पंचा कागर एक ध्यान जेको कहा करे विचार करते के करना नहीं सुमार कौन करम दया का पूत संतोख आप क्या जन सूत जेको बुझाओ वैस चार तबला ऊपर के का पार करती होर करे होर तिसके पाटे कवण चोर जी जात रंग का कै नाव सबना लिखा उड़ी कलाम लेखा लिख जाने कोई लेखा लिखा किता होए किता कान सवाले रूप खेती तात जाने कौन कूट किता फसाओ एको पवाओ तस्ते होए लख दरियाओ कुदरत कहने कहा विचार वारे न जावा एक बार जो तद भावै साई प्रकार तू सदा सलामत निरंकार असंख जप असंख पाओ असंख पूजा असंख तप ताओ असंख ग्रंथ मुख वेद पाठ असंख जोग मन रह है उदास असंख भगत गुण ज्ञान विचार असंख सती असंख दातार असंख सूर मोह पखसार असंख मोल लिव लाए तार कुदरत कवण कहा विचार वार्या न जावा एक बार जो तुध भावै साई बलिकार तू सदा सलामत निरंकार असंख मूरत अंधकोर असंख चोर राम चोर असंख नर कर जाहे जोर असंख गलवड़ हत्या कमाए असंख पापी पाप कर जाहे असंख कूड़ियार कूड़े फिराहे असंख मलेश मल भक्त खाहे असंख निंदक सिर करै पार नानक नीच करै विचार वारा न जावा एक बार जो तक भावै साई विकार तो सदा सलामत निरंकार असंख नाव असंख थाव अगम अगम असंख लो असंख कह है सिर भार होए अखरी नाम अखरी सलाह अखरे ज्ञान गीत गुण गाहा अखरे लिखण बोलण बाण अखरा सिर संजोग वखाण जिन एह लिखे तिस सिर नाहे जे फरमाए तिव तिव पाहे जेता कीता तेता नाउ विड़नावै नाही को थाउ कुदरत कवण कहा विचार वार्या न जावा एक बार जो तुध भावै साई बलिकार तू सदा सलामत निरंकार हरिया हथ पैर धंधे के पानी झूठा करस के मोट पलीती पकड़ होए दे साबुन लइया उठोए हरिया मत पापा क्या संग हो तो पहना वह क्या रंग पुनी पापी आखण नाहे कर करन करना लिख लै जाहो आपे बीजा पे ही खाहो नानक दुनिया को जाहो तीरथ तप दया दान जेको पावै तिलका मान सुਣਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ सब गुण तेरे मैं नाही कोय विण गुण कीते भगत ना होए स्वस्थ आत बाणी बरमाओ सत सुहान सदा मंचाओ कवण सुवेला वखत कवण कवण थित कवण वार कवण से रुति महा कवण जित हो आकार वेल न पाइया पंडिती जे हो वह लेख पुराण वखत ना पायो कादिया जे लिखण लेख कुरान हितवार न जोगी जाने रुत महा ना कोई जा करता से को साजे आपे जाने सोई किव कर आखा किव सालाही क्यों वरनी किव जाना नानक आखण सबको आख्या एक दो एक सयाणा वड्डा साहेब वड्डी नाई कीता जाका होवै नानक जेको आपो जाने अगै गया ना सो है पाताला पाताल लखा गासा गास ओढ़क ओढ़क भाग के वेद कहन इतवाद सस अठारह करण प्रतिभा असलू इकताक लेखा होइता लिखिया लिखे होई विनाश नानक विता आखिया आपे जाने आप साला ही साला है कि सुरत न पाइया नदिया अतः वहा पवह समुद्र न जानिए समुद्र सहा सुल्तान गिरहा सेती माल तन कीड़ी तुलना होवनी जेतिस मनोह न वीसर है अंत न शक्ति कहन न अंत अंत न करन देन न अंत अंत न ਵੇਖਣ ਸੁਣਨ ਨਾ ਅੰਤ ਅੰਤ न ਜਾਪੈ ਕਿਆ ਮਨ ਮੰਤ ਅੰਤ न ਜਾਪੈ ਕੀਤਾ ਆਕਾਰ ਅੰਤ न ਜਾਪੈ ਪਾਰਾਵਾਰ अंत कारण के केवल लाहे ताके अंत न पाहे जाहे एहो अंत न जाना कोय बहुता कहिया बहुता होए वड्डा साहिब ऊंचा थाओ ऊंचे ऊपर ऊंचा नाओ एवड ऊंचा होवै कोय तिस ऊंचे कौ जाणै सोए जेवड आप जाणै आप नानक नगरी करनी दात बहुता करम लिखिया ना जाए वड्डा दाता तिल ना तमाए केते मंगह जोध बात केत्या गणित नहीं विचार केते खप टुट है बेकार केते लल मुकर पाहे केते मूरख खाही खाए केत्या तूक भूख सदमार एह बे दात तेरी दातार बंद खलासी भाणे होए होर आख न सकै कोय
जेको खाए क आखण पाए ओह जाने जेतिया मोह खाए आपे जाने आपे दे आखे से भे के जिसनो बख्शे सिफत सलाह नानक पातशाही पातशाह अमल गुण अमल व्यापार अमल व्यापारिया अमल भंडार अमल आवह अमल लै जाए अमल पाए अमला समाए अमल धर्म अमल दीवान अमल फल अमल परवान अमल बख्शीस अमल निशान अमल करम अमल फरमान अमलो मला क्या न जाहे आख रह लिव लाहे आखे वेद पाठ पुराण आखे पढ़े करे वख्यान आखे ब्रह्म आखे इंद आखे गोपी के गोविंद आखे ईश्वर आखे सिद्ध आखे किते किते बुद्ध आखे दानव आखे देव आखे सुंदर मुंजन सेव किते आखे आखन पाहे किते कह उठ उठ जाए ਏਡੇ ਕੀਤੇ ਹੋਰ ਕਰੇ ਹੈ ਤਾਂ ਆਖ ਨਾ ਸਕਾ ਕਈ ਜੇ ਵਟ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ जेको आख्या बोल बिगाड़ ता लिखिया सरगावार गवार सो दर के हा सो घर के हा जित वह सरब संभाले वाजे नाद अनेक संख्या केते वावण हारे केते राग भरी स्यों कहियन केते गावण हारे गावे तोनो पौन पानी भय संतर गावे राजा धर्म द्वारे गावे चित गुपत लिख जान है लिख लिख धर्म विचारे गावे है ईश्वर बर्मा देवी सोहन सदा सवारे गावे है इन वासण बैठे देवते आदर नाले गावे सिद्ध समाधि अंदर गावन साध विचारे गावन जति सती संतोखी गावे वीर करारे गावन पंडित पढ़न रखी सर जुग जुग वेदा नाले गावे मोहनिया मनमोहन सुरगा मच पयाले गावन रतन पाए तेरे 68 तीरथ नाले गावे जोध महाबल सूरा गावे खानी चारे गावे खंडमंडल वर भंडा कर कर रखे तारे से तुदनो गावे जो तुद पावन रते तेरे भगत रसाले और केते गावन से मैं चित न आवन नानक क्या विचारे सोई सोई सदा सच साहिब साचा साची नाई हैप्पी हो सी जाए न जासी रचना जिन रचाई रंगी रंगी भाती कर कर जिनसी माया जिन उपाई कर कर वेख कीता अपना जित तिस दी वड्याई जो तिस भावै सोई करसी हुक्म ना करना जाई सो बादशाह सहा पातशाहिब नानक ग्रहण रजाई निंदा संतोष शरण पर ढोली ध्यान की तरह भूत चिंता काल कुआरी काया जुगंडा प्रतीत आई पंक्ति सगल जमाती मांझी था जगजीत आदेश सयादेश आद अनील अनाद अनाहत जुग जुग एक वेश भगत ज्ञान दया भंडारण गटगट बाजह नाद आप नाथ नाथी सब जाकी रिचद अवरा साध संजोग विजोग दो कार चलावे लेखे आवह भाग आदेश तिसय आदेश आद नील अनाद अनाह जुग जुग एको वेश एक पामाई जगत व्याई तिन चले परवान एक संसारी भंडारी खिलाए दीवान जब तुस पावत वह चलावै जगो वह प्रमाण विख्या नानक नावै भाता एक घटान आदेश सयादेश आद अनील नाद नाहत जुग जुग एको वेश आसन लोए लोए भंडार जो किछ पाया सो एका वार कर कर वेख्या सिरजनहार नानक सचे की साची कार आदेश तिस आदेश आद नील अनाद अनाह जुग जुग एको देश एक तो जी भौ लख होए लाखों है लख भी लाखों है लख बीस लख लख गेड़ा किया एक नाम जगदीश इतरा पत पवड़िया चढ़िया होए कीस सनगल्ला आकाश की किताई रीस नानक नगरी पाइया कूड़ी कूड़ा तीस आखण जोर जपै नह जोर जोर न मंगण देण न जोर जोर न जीवन मरण नह जोर जोर न राजमाल मंसूर जोर न सुरति ज्ञान विचार जोर न जुक्ति छुटै संसार जिस हाथ जोर कर वेखै सोए नानक उत्तम नीच ना कोय रात्रि रुत्ति चित्ती वार पवन पानी अग्नि पाताल तिस विच धरती ताप की धर्मसाल तिस विच जगत क्या रंग तिनके नाम अनेक अनंत करनी करनी होएगी चार सच्चा आप सच्चा दरबार सच्चा सोहन पंच प्रवाण नगरी करम पवै निशान कच पकाई उठै पाए नानक गया जापे जाए धर्म खंड का एहो धर्म ज्ञान खंड का अखो कर्म केते पवन पानी वह संतर केते कान महेश केते वर में घाड़त घड़िया रूप रंग के वेश केतिया करम भूमि मेर केते केते तू उपदेश केते इंद्र चंद सूर केते केते मंडल देश केते सिद्वत नाथ केते केते देवी वेश केते देव दानव मुन केते
केते रतन समुंद, केतिया खानी केतिया बाणी, केते पात नरिंद, केतिया सुरती सेवक, केते नानक अंत नांत। ज्ञान खंड में ज्ञान प्रचंड, तथा नाद विनोद कोट आनंद, सर्व खंड की पाणी रूप, तथा घड़त प्रक्रिया बहुत अनूप। ताकिया गल्ला कतिया न जाहे, जेको कह पछै पछताहे, तिथा घड़िया सुरत मत मन बुद्ध, तिथा घड़िया सुरा सदा की सुध। करम खंड की बाणी जोर, तिथा होर न कोई होर, तिथा जोध महाबल सूर, तन मह राम रहया भरपूर। तिथा सीतो सीता महमा माहे, ताके रूप न कथने जाहे, ना ओह मरे न ठागे जाहे, जिनकै राम वसै मन माहे। तिथा भगत वसह कै लो कर है, अनंत सच्चा मन सोए, सच खंड वसै निरंकार, कर कर वेखै नदर निहाल। तिथा खंड मंडल वर भांड, जेको कथा था अंत ना अंत, तिथा लो लो आकार, जिव जिव हुकम तिवै तिवकार, वेख्या विकसै कर विचार, नानक कथना करड़ा सार। जप पहारा धीरज सन्यार, हरण मत वेद हत्यार, भाव कला गंधक गाओ, भांडा भाव मृत टाल। बढ़िया शब्द सची टकसाल, जिनका नजर करम तनकार, नानक नजरी नजर नहाल। सलोक पवन गुरु पाणी पिता, माता तरत महत, दिवस रात दुई दाई दाया, खेल सगल जगत। चंगियाइयां बुराइयां वाचै धर्म हदूर, करमी आपो आपनी के नेड़ै के दूर। जिनी नाम ध्याया गए मसकल काल, नानक ते मुख उजले केती छुट्टी नाल। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। ਅੱਜ ਅਸੀਂ ਆਪਣੀ ਕਲਾਸ ਵਿੱਚ ਸਰਦਾਰਨੀ ਪਵਨਜੀਤ ਕੌਰ ਜੀ ਨੂੰ ਜੀ ਆਇਆਂ ਆਖਣ ਲਈ ਇੱਕ ਜੈਕਾਰੇ ਨਾਲ ਇਹਨਾਂ ਦਾ ਸਵਾਗਤ ਕਰਦੇ ਹਾਂ। ਬੋਲੇ ਸੋਨਿਆ ਸਤਿ ਸ੍ਰੀ ਅਕਾਲ। ਜੋ ਇਹਨਾਂ ਦੇ ਦਿਲ ਵਿੱਚ ਪਿਆਰ ਹੈ ਉਸ ਦਾ ਕੋਈ ਜਵਾਬ ਨਹੀਂ। ਇਹ ਆਨਲਾਈਨ ਫ੍ਰੀ ਪੰਜਾਬੀ ਕਲਾਸਿਸ ਰਾਹੀਂ ਲੋੜ ਹੈ ਕਿਉਂਕਿ ਘਰਾਂ ਦੇ ਵਿੱਚੋਂ ਨਹੀਂ ਹੈ, ਸੋ ਜੋ ਸੇਵਾ ਇਹ ਨਿਭਾ ਰਹੇ ਹਨ ਉਸ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਅੱਜ ਇਹ ਤੁਹਾਨੂੰ ਦੱਸਣਗੇ ਕਿ ਜੇ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਪੜ੍ਹਨੀ ਤੇ ਲਿਖਣੀ ਛੱਡ ਦਿਆਂਗੇ, ਨਹੀਂ ਸਿੱਖਾਂਗੇ ਤਾਂ ਅਸੀਂ ਗੁਰਬਾਣੀ ਤੋਂ ਟੁੱਟ ਜਾਵਾਂਗੇ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹ ਰਹੀ ਔਰ ਮੈਂ ਹੁਣ ਇਹਨਾਂ ਨੂੰ ਬੀਬੀ ਪਵਨਜੀਤ ਕੌਰ ਜੀ ਨੂੰ ਬੇਨਤੀ ਕਰਾਂਗੀ ਕਿ ਉਹ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕਰਨ। ਬੀਬੀ ਪਵਨਜੀਤ ਕੌਰ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ। ਤੋ ਉਹ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਟੀਮ ਮਿਸਲਿਨ ਕਲਾਸ ਰਜੌਰੀ ਗਾਰਡਨ ਦਾ, ਜਿਨ੍ਹਾਂ ਨੇ ਮੈਨੂੰ ਅੱਜ ਇਸ ਪਲੇਟਫਾਰਮ ਦੇ ਉੱਤੇ ਬੋਲਣ ਦਾ ਸੱਦਾ ਦਿੱਤਾ। ਔਰ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਇਸ ਗਰੁੱਪ ਨਾਲ ਜੁੜ ਕੇ, ਕਿਉਂਕਿ ਜਦੋਂ ਮੈਂ ਲੌਗਇਨ ਕੀਤਾ ਤੇ ਮੇਰੇ ਰੋਂਗਟੇ ਖੜੇ ਹੋ ਗਏ ਦੇਖ ਕੇ ਪਾਰਟੀਸਿਪੈਂਟ ਲਿਸਟ ਜਿਹੜੀ ਹੁਣ 93 ਦਿਖਾ ਰਹੀ ਹੈ। तो मैनू लग्या कि किन्ने ਅਸੀਂ ਵਡਭਾਗੇ ਹਾਂ, ਕਿੰਨੀ ਬਖਸ਼ਿਸ਼ ਹੈ ਵਾਹਿਗੁਰੂ ਦੀ ਸਾਡੇ ਸਾਰਿਆਂ ਦੇ ਉੱਤੇ ਕਿ ਜਿੱਥੇ ਲੱਖਾਂ ਕਰੋੜਾਂ ਲੋਕ ਇਸ ਵੇਲੇ ਆਪਣੇ ਆਪਣੇ ਬਿਸਤਰਿਆਂ ਵਿੱਚ ਸੋ ਰਹੇ ਹੋਣਗੇ obviously, ਪਰ ਤੁਸੀਂ ਵਾਹਿਗੁਰੂ ਨੇ ਇੰਨਾ ਉਦਮ ਬਖਸ਼ਿਆ ਹੈ ਸਾਡੇ ਸਾਰਿਆਂ ਨੂੰ ਕਿ ਅਸੀਂ ਇੱਕ ਲਾਈਕ ਮਾਈਂਡਡ ਪਲੇਟਫਾਰਮ ਤੇ ਆ ਕੇ ਜੁੜ ਕੇ ਔਰ ਜਪਜੀ ਸਾਹਿਬ ਦਾ ਪਾਠ ਕਰ ਰਹੇ ਹਾਂ। ਔਰ ਸਾਰੇ ਬੱਚਿਆਂ ਦਾ ਮੈਂ ਵੀਡੀਓ ਦੇਖ ਰਹੀ ਹਾਂ, ਰੰਗ ਬਿਰੰਗੀ ਇੱਕ खुशनुमा माहौल मैनू इस स्क्रीन ते नजर आ रहा है। तो मैं बार बार मेरा जी पाठ ते कर ही रहे थे असी, लेकिन मेरा जी शुक्र शुक्र कर रहा सी कि कितनी बख्शिश है वाहिगुरू ते वाहिगुरू दी साडे उत्ते कि असी जुड़ बैठे हैं और लाइक माइंडेड हाँ ताई असी जुड़ के बैठे हैं क्योंकि सानू गुरबाणी नाल प्यार है। तो साडी गल होर भी सौखी हो जाती है क्योंकि सानू ऐसे ग्रुप नाल इंटरैक्ट करन दा मौका मिलता है जिहड़ी ਇੱਕੋ ਸੋਚ ਰੱਖਦੇ ਹੈ। ਜੇ ਤੁਹਾਨੂੰ ਗੁਰਬਾਣੀ ਨਾਲ ਪਿਆਰ ਨਾ ਹੁੰਦਾ ਤੇ ਤੁਸੀਂ ਸਵੇਰੇ ਉੱਠ ਕੇ ਨਹਾ
ਰਾਤ ਹੋ ਕੇ ਇੱਥੇ ਇਕੱਠੇ ਰਲ ਮਿਲ ਕੇ ਪਾਠ ਨਾ ਕਰ ਰਹੇ ਹੁੰਦੇ। तो मेरी गल करनी बहुत ईजी हो जाएगी टॉपिक। और मैं बड़ी बारी थोड़ी क्लास ज्वाइन कर दी हाँ, तो मैंने बहुत ही अच्छा लगता है। शुक्र कर दिया वाहिगुरू इस टीम ਨੂੰ ਚੜ੍ਹਦੀ ਕਲਾ ਬਖਸ਼ੇ, ਤੰਦਰੁਸਤੀ ਬਖਸ਼ੇ, ਦੇਹ ਅਰੋਗਤਾ ਬਖਸ਼ੇ। ਅੱਜ ਦਾ ਜਿਹੜਾ ਕੋਵਿਡ ਦਾ ਮਾਹੌਲ ਚੱਲ ਰਿਹਾ, ਵਾਹਿਗੁਰੂ ਇਸ ਨੂੰ ਜਲਦੀ ਤੋਂ ਜਲਦੀ ਖਤਮ ਕਰੇ। ਜਿਹੜੇ ਵੀ ਇਸ ਤੋਂ ਪੀੜਿਤ ਨੇ, ਵਾਹਿਗੁਰੂ ਉਹਨਾਂ ਨੂੰ ਦੇਹ ਅਰੋਗਤਾ ਬਖਸ਼ੇ, ਤੰਦਰੁਸਤੀ ਬਖਸ਼ੇ ਔਰ ਸਰਬੱਤ ਦਾ ਭਲਾ ਬਖਸ਼ੇ। तो ਜਿਹੜਾ टॉपिक ਅੱਜ बेटा मैं जिस दे बारे गल करनी है वो है जर्नी फ्रॉम गुरमुखी टू गुरबाणी। ठीक है, तो बहुती बारी सानू यह भी नहीं पता हुंदा कि पंजाबी और गुरमुखी के अंदर की फर्क है। ठीक है, तो पंजाबी इज वन थिंग, गुरमुखी इज अनदर थिंग और गुरबाणी एक तीसरी चीज है। ठीक है, तो पंजाबी जदों असीं बोल रहे हैं, मैं तुहाडे नाल बोल रही हूँ, मैं पंजाबी विच गल कर रही हूँ, जो भी इस प्लेटफॉर्म पे गल करेगा पंजाबी विच बोलेगा। यह बिल्कुल जरूरी नहीं है कि जेड़ा पंजाबी बोल रहा होए उसको गुरमुखी भी आंदी होए। गुरमुखी की लोड़ सानू तां पैंदी है जब असीं पंजाबी नू लिखना है। एज लॉन्ग एज वी डोंट वांट टू राइट, साडा बोल के काम चल रहा है ओरली, ते वो पंजाबी है। बहुत सारे लोग ऐसे होंगे जेड़े कहेंगे कि सानू पंजाबी आंदी है, मैं बोल सकती हाँ, मैं समझ सकती हाँ, और लेकिन मैं लिख नहीं सकती। तो की प्रॉब्लम है उन्हां दी कि पंजाबी ते उन्हां नू आंदी है लेकिन उन्हां नू गुरमुखी नहीं आंदी, विच इज द स्क्रिप्ट। स्क्रिप्ट असीं इंग्लिश विच कहंदे हां बेटा, और पंजाबी ਅਤੇ हिंदी ਵਿੱਚ ਅਸੀਂ ਇਸ ਨੂੰ ਲਿਪੀ ਕਹਿੰਦੇ ਹਾਂ। फॉर एग्जांपल हिंदी जिवें है, हिंदी भाषा है, लैंग्वेज है, लेकिन उसकी ਜਿਹੜੀ स्क्रिप्ट है, लिपि है, वो देवनागरी है। राइट, इंग्लिश है, इंग्लिश लैंग्वेज है, भाषा है, लेकिन उसकी ਜਿਹੜੀ स्क्रिप्ट है वो रोमन स्क्रिप्ट है, ਜਿਹੜੀ ABCD अल्फाबेट्स है ना। तो सिमिलरली पंजाबी ਜਿਹੜੀ है वो भाषा है। जब तक ਅਸੀਂ बोल रहे हैं ओरली वो पंजाबी है, ਜਦੋਂ ਸਾਨੂੰ लिखण ਦੀ ਲੋੜ ਪਏਗੀ ਤੇ ਉਹ गुरमुखी है। ਹੁਣ कई बच्चे कहेंगे गुरमुखी वाई क्यों, साडा ऐसा केड़ा नुकसान हो रहा है, ਅਸੀਂ 8 तक पहुंच गए, ਅਸੀਂ 6 तक पहुंच गए, ਅਸੀਂ 5th ਵਿੱਚ ਆ, ਸਾਨੂੰ ਤੇ ਕਦੀ ਲੋੜ ਨਹੀਂ ਪਈ। ऐसा ਅਸੀਂ ਕੀ ਮਿਸ ਕਰ ਰਹੇ ਹਾਂ कि ਸਾਨੂੰ गुरमुखी सिखनी चाहिए है। और गुरमुखी सीखोगे, अखर सीखोगे, मात्रावां सीखोगे, है ना, तो सानू लोड़ नहीं है। ਹੁਣ ਅਸੀਂ कह ਲੈਂਦੇ ਆ कि गुरमुखी सीखण ਦੀ ਲੋੜ है। लोड़ क्यों है? क्योंकि जो एक ट्रेजर है साडा, एक बहुत बड़ा ट्रेजर है गुरु ग्रंथ साहिब जी। गुरु ग्रंथ साहिब जी, ਤੁਸੀਂ ਸੋਚੋ ਬਹੁਤ ਵਾਰੀ ਅਸੀਂ ਗੇਮ ਖੇਡਦੇ ਹਾਂ, ਅਸੀਂ ट्रेजर हंट भी खेडते हैं, है ना, कि क्लूज ਹੁੰਦੇ ਆ, one clue leads to another। ਤੁਸੀਂ ਇੱਕ clue ਪੜ੍ਹਦੇ ਹੋ, ਉਸਦਾ next clue ਦਾ ਪਤਾ ਉਹਦੇ ਵਿੱਚ ਹੁੰਦਾ, ਤੁਸੀਂ next clue ਤੇ ਜਾਂਦੇ ਹੋ, ਫਿਰ next clue ਤੇ ਜਾਂਦੇ ਹੋ, ਫਿਰ ਤੁਸੀਂ ਇੱਕ treasure ਨੂੰ ਤੁਹਾਨੂੰ ਮਿਲ ਜਾਂਦਾ ਹੈ। तो गुरु ग्रंथ साहिब जी इज अ ट्रेजर। ਉਹਦੇ ਵਿੱਚ ਅਥਾਹ ਸਮੁੰਦਰ ਹੈ ਉਸ ਗਾਈਡੈਂਸ ਦਾ ਸਾਡੇ ਲਈ। ਉਸ ਅਥਾਹ ਸਮੁੰਦਰ ਕੋਲ ਪਹੁੰਚਣ ਵਾਸਤੇ ਪਹਿਲਾ ਕਲੂ ਗੁਰਮੁਖੀ ਹੈ। ਰਾਈਟ, ਜਦ ਤੱਕ ਅਸੀਂ ਗੁਰਮੁਖੀ ਨਾਲ ਨਹੀਂ ਜੁੜਾਂਗੇ, ਗੁਰੂ ਸਾਹਿਬ ਦਾ ਕਿਹਾ ਹੋਇਆ ਉਹ ਅਥਾਹ ਬਾਣੀ, ਉਹ ਅਥਾਹ ਗਾਈਡੈਂਸ ਨਾਲ ਅਸੀਂ ਉਸਦਾ ਮਜ਼ਾ, ਅਸੀਂ ਉਸਦਾ ਲਾਭ ਨਹੀਂ ਉਠਾ ਸਕਦੇ। तो गुरमुखी नाल जुड़ना इस करके जरूरी है। नेक्स्ट क्वेश्चन बहुत सारे बच्चों के मन में आ रहा होगा, तो की हो गया गुरु ग्रंथ साहिब जी नाल नहीं जुड़ांगे, सानू केड़ा समझ आती है ना, असी गुरु ग्रंथ साहिब जी को जाने हैं तो सानू केड़ा कुछ समझ आती है, नहीं जुड़ांगे ऐसा साडा केड़ा लॉस हो जाएगा। तो गुरु ग्रंथ साहिब जी बेटा इज द मोस्ट मॉडर्न ग्रंथ, मोस्ट मॉडर्न। ਤੁਸੀਂ ਇਹ ਸੋਚੋ कि ਅੱਜ अगर ਤੁਹਾਨੂੰ कोई कहे कि दिल्ली के अंदर एक ऐसे ट्यूटर है ਜਿਹੜਾ 100% ਤੁਹਾਡੇ ਮਾਰਕਸ ਐਨਸ਼ੋਰ ਕਰਨਗੇ ਕਿ ਤੁਸੀਂ ਉਹਨਾਂ ਤੋਂ ਪੜੋਗੇ ਤੇ ਤੁਹਾਡੇ 100% ਮਾਰਕਸ ਆਣਗੇ। लेकिन ਉਹਨਾਂ ਦੀ ਸਿਰਫ ਇੱਕੋ ਸ਼ਰਤ ਹੈ ਕਿ ਉਹ ਸਿਰਫ ਪੰਜਾਬੀ ਪੜ੍ਹਾਉਂਦੇ ਆ, ਪੰਜਾਬੀ ਵਿੱਚ ਬੋਲਦੇ ਆ। आई एम 100% श्योर कि हर बच्चा दिल्ली का कहेगा मैं उसे ट्यूटर को पढ़ना है और फटाफट मेरे वर्गे कई टीचर अप्रोच करेगा सानू पंजाबी पढ़ा दो, क्योंकि वो ट्यूटर को पढ़ना है तो सानू पंजाबी आनी चाहिए, है ना। तो की व्हाट इज द अंडरलाइन आइडिया? द अंडरलाइन आइडिया इज कि तुहानू उस ट्यूटर दे उत्ते भरोसा है, तुहानू भरोसा है कि वो तुहानू 100% मार्क्स दवा देगा, है ना। तो इस भरोसा, दिस भरोसा इज मिसिंग। सानू गुरु ग्रंथ साहिब जी तो भरोसा ही नहीं है ना, सानू भरोसा ही नहीं है कि वो सानू जीवन में गाइड करेंगे, सानू हर प्रॉब्लम का सोल्यूशन गुरु ग्रंथ साहिब जी को मिलेगा। ਹੁਣ ਜਿਹੜੇ ਬੱਚੇ ਛੋਟੇ हैं उन्होंने सारी गल नहीं समझ आ रही होगी।
बट हाँ ਇਹ समझ आ गई होगी कि हाँ जिस तरह कोई ट्यूटर सानू इंश्योर करता है कि मैं ਤੁਹਾਨੂੰ फुल मार्क्स ਦਵਾਵਾਂਗਾ पर उसकी एक कंडीशन है कि ਤੁਸੀਂ ਪੰਜਾਬੀ ਵਿੱਚ मैं पढ़ावांगा ਪੰਜਾਬੀ ਤੁਹਾਨੂੰ ਆਣੀ ਚਾਹੀਦੀ है ਤੇ पढ़ोगे कि नहीं पढ़ोगे आई एम 100% श्योर सारे इधर उधर दौड़ोगे कोई पंजाबी टीचर मिल जाए सानू पंजाबी पढ़ाए फिर असी उन्होंने ट्यूटर तो असी अपने 100% मार्क्स लईए है ना तो सिमिलर इज द केस विद गुरु ग्रंथ साहिब जी बेटा गुरु ग्रंथ साहिब जी ते ऐसे ट्यूटर ने जो सानू सारे लाइफ स्किल सिखाते हैं ਤੁਸੀਂ ਇਹ ਸੋਚੋ ਸੈਕੂਲਰਿਜ਼ਮ ਸਾਡੀ ਕਿਤਾਬਾਂ ਵਿੱਚ ਸਿਵਿਕਸ ਦੀਆਂ ਕਿਤਾਬਾਂ ਵਿੱਚ ਕਦੋਂ ਤੋਂ ਸ਼ੁਰੂ ਹੋ ਜਾਂਦਾ ਹੈ ਸੈਕੂਲਰਿਜ਼ਮ ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਦਿਨ ਤੋਂ ਸੈਕੂਲਰਿਜ਼ਮ ਗੁਰੂ ਤੇਗ ਬਹਾਦਰ ਜੀ ਸੈਕੂਲਰਿਜ਼ਮ ਦੀ ਮੂਰਤ ਉਹਨਾਂ ਨੇ ਆਪਣੀ ਸ਼ਹੀਦੀ ਦੇ ਦਿੱਤੀ ਕਿਉਂ ਕਿਸ ਕਾਜ਼ ਪਿੱਛੇ ਇਸ ਪਿੱਛੇ ਕਿ ਜਿਸ ਦਾ ਜੋ ਧਰਮ ਹੈ ਉਸ ਨੂੰ ਉਹ ਫੋਲੋ ਕਰਨ ਦੀ इंडिपेंडेंस होनी चाहिए राइट होना चाहिए तो सेक्युलरिज्म आज ਅਸੀਂ ਆਪਣੀ ਕਿਤਾਬਾਂ ਵਿੱਚ ਪੜ੍ਹ ਰਹੇ ਹਾਂ ਪਰ ਇਟ ਵਾਸ ਵੇ ਬੈਕ ਗੁਰੂ ਤੇਗ ਬਹਾਦਰ ਜੀ ਨੇ ਤੇ ਸ਼ਹੀਦੀ ਦੇ ਦਿੱਤੀ ਛੋਟੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਦੇ ਦਿੱਤੀ ਅਸੀਂ ਇਸਲਾਮ ਧਰਮ ਨਹੀਂ ਕਬੂਲ ਕਰਾਂਗੇ ਇਸ ਲਈ ਨਹੀਂ ਕਿ ਅਸੀਂ ਅਗੇਂਸਟ ਹਾਂ ਇਸਲਾਮ ਧਰਮ ਦੇ ਇਸ ਲਈ ਕਿਉਂਕਿ ਸਾਨੂੰ ਆਪਣਾ ਧਰਮ ਫੋਲੋ ਕਰਨ ਦਾ ਰਾਈਟ ਹੋਣਾ ਚਾਹੀਦਾ ਵਿਚ ਇਜ਼ ਸੈਕੂਲਰਿਜ਼ਮ ਵੂਮਨ ਐਮਪਾਵਰਮੈਂਟ ਅਸੀਂ ਕਿਤਨਾ ਨਾਰਾ ਲਗਾਉਂਦੇ हैं ना वुमेन एम्पावरमेंट और उसकी गल गुरु नानक देव जी ने कर दी गुरु नानक देव जी ने सो क्यों मंदा आखिया जिसम मेरा जान तो वे बैक इन 1469 तो साडे गुरु साहब ने ਇਹ ਸਾਰੀਆਂ ਮਾਡਰਨ ਗੱਲਾਂ ਕੀਤੀਆਂ सोशल रिफॉर्मर गुरु अमरदास जी सती ਦੇ ਅਗੇਂਸਟ ਆਵਾਜ਼ ਉਠਾਈ ਵਿਡੋ ਰੀਮੈਰਿਜ ਦੀ ਗੱਲ ਕੀਤੀ ਤੇ ਅਸੀਂ ਗੁਰੂ ਅਮਰਦਾਸ ਜੀ ਦੀ ਗੱਲ ਨਹੀਂ ਸਮਝ ਪਾਏ तो आज ਅਸੀਂ ਕਿਸ ਤਰ੍ਹਾਂ ਆਪਣੀਆਂ ਕਿਤਾਬਾਂ ਦੇ ਅੰਦਰ ਸੋਸ਼ਲ ਰਿਫਾਰਮਰ ਰਾਜਾ ਰਾਮ ਮੋਹਨ ਰॉय ਅਸੀਂ ਪੜ੍ਹ ਲੈਂਦੇ ਹਾਂ ਲੇਕਿਨ ਅਸੀਂ ਗੁਰੂ ਅਮਰਦਾਸ ਜੀ ਨੂੰ ਯਾਦ ਨਹੀਂ ਕਰਦੇ ਕਿ ਉਹਨਾਂ ਨੇ ਤੇ ਕਿੰਨੇ ਸਾਲ ਪਹਿਲੇ ਗੁਰੂ ਅਮਰਦਾਸ ਜੀ ਨੇ ਇਸ ਵਾਸਤੇ ਆਵਾਜ਼ ਉਠਾਈ ਸੀ तो ऐसा पॉसिबल किस तरह होएगा ਜਦੋਂ ਤੁਹਾਨੂੰ ਭਰੋਸਾ ਹੋਏਗਾ ਕਿ ਇਹ ਸਾਰੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨੇ ਜਦੋਂ ਸਾਨੂੰ ਇਹ ਭਰੋਸਾ ਹੋਏਗਾ ਕਿ ਸਾਨੂੰ ਦੁਨੀਆ ਦੀ ਹਰ ਚੀਜ਼ ਦੀ ਗਾਈਡੈਂਸ ਗੁਰੂ ਨਾਲ ਮਿਲਦੀ ਹੈ ਸਪੋਜ਼ ਫॉर एग्जांपल ਤੁਹਾਡਾ ਰੋਜ਼ ਕਿਥੇ ਤੁਹਾਡੇ ਘਰ ਦੇ ਆਸ-ਪਾਸ ਕੋਈ ਐਸਾ ਬੰਦਾ ਰਹਿੰਦਾ ਹੈ ਜੋ ਰੋਜ਼ ਤੁਹਾਡੇ ਨਾਲ ਕੁਝ ਨਾ ਕੁਝ ਕਰਕੇ ਅੜ ਜਾਂਦਾ ਯਾਨੀ ਲੜਾਈ ਹੋ ਜਾਂਦੀ ਹੈ ਤੁਸੀਂ ਪਰੇਸ਼ਾਨ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਬਾਬਾ ਸਪੋਜ਼ ਤੁਹਾਡੇ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੁਸੀਂ ਗੁਰਦੁਆਰੇ ਜਾਂਦੇ ਹੋ ਪਰੇਸ਼ਾਨ ਮਨ ਨਾਲ ਹੈ ਨਾ ਉੱਥੇ ਜਾ ਕੇ 100% ਵਾਹਿਗੁਰੂ ਤੁਹਾਡੀ ਮਨ ਦੀ ਪਰੇਸ਼ਾਨੀ ਜਾਣਦਾ ਹੈ ਹੋ ਸਕਦਾ ਤੁਹਾਡੇ ਕੰਨਾਂ ਵਿੱਚ ਇਹ ਆਵਾਜ਼ ਪੈ ਜਾਏ ਕਿ ਮੰਦਾ ਕਿਸੇ ਨਾ ਆਖੀ ਹੈ ਪਰ ਅੱਖਰ ਇਹੋ ਬੁੱਝੀ ਹੈ ਮੂਰਖੇ ਨਾਲ ਲੁੱਜੀ ਹੈ ਹੋ ਸਕਦਾ ਤੁਹਾਡੇ ਕੰਨਾਂ ਵਿੱਚ ਇਹ ਆਸਾ ਦੀ ਵਾਰ ਦੀ ਆਵਾਜ਼ ਪੈ ਜਾਏ ਤੁਹਾਨੂੰ ਸਮਝ ਆ ਜਾਏ ਕਿ ਹਾਂ ਬਈ ਮੈਂ ਐਵੇਂ ਹੀ ਆਪਣੀ એનર્ਜੀ ਵੇਸਟ ਕਰਦਾ ਗੁਰੂ ਸਾਹਿਬ ਵੀ ਕਹਿੰਦੇ ਮੂਰਖੇ ਨਾਲ ਲੁੱਜੀਏ ਤੇ ਮੈਂ ਕਿਉਂ ਨਾ ਉਸਨੂੰ ਇਗਨੋਰ ਕਰਾਂ ਬਜਾਏ ਕਿ ਮੈਂ ਇੱਕ ਦਾ ਜਵਾਬ ਦੋ ਦੇ ਕੇ ਆਪਣੀ ਵੀ ਤਬੀਅਤ ਖਰਾਬ ਕਰਾਂ ਆਪਣਾ ਵੀ ਦਿਮਾਗ ਖਰਾਬ ਕਰਾਂ ਕਿਉਂ ਨਾ ਮੈਂ ਚੁੱਪ ਰਵਾਂ तो ਇਹ ਕੀ ਸੀ ਇਹ ਭਰੋਸਾ ਸੀ ਤੁਸੀਂ ਇੱਕ ਭਰੋਸੇ ਨਾਲ ਗੁਰਦੁਆਰਾ ਸਾਹਿਬ ਗਏ ਤੁਸੀਂ ਪਰੇਸ਼ਾਨ ਮਨ ਨਾਲ ਗਏ ਗੁਰੂ ਨੇ ਪੁੱਛ ਲਈ ਉਸ ਟਾਈਮ ਆਸਾ ਦੀ ਵਾਰ ਚੱਲ ਰਹੀ ਸੀ ਇਹ ਲਾਈਨ ਤੁਹਾਡੇ ਕੰਨਾਂ ਵਿੱਚ ਪਈ ਇਹ ਸੋਲੂਸ਼ਨ ਦੀ ਤਰ੍ਹਾਂ ਤੁਹਾਡੇ ਅੰਦਰ ਆ ਗਈ ਸੋ ਇਹ ਕੀ ਹੋਇਆ ਗੁਰੂ ਸਾਹਿਬ ਨੇ ਤੁਹਾਨੂੰ ਸੇਧ ਦਿੱਤੀ ਤੁਹਾਨੂੰ ਗਾਈਡ ਕੀਤਾ ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਜਦ ਤੱਕ ਭਰੋਸਾ ਨਹੀਂ ਹੋਏਗਾ तब तक ਅਸੀਂ ਗੁਰਮੁਖੀ ਸਿੱਖਣ ਦੇ ਇੱਛੁਕ ਨਹੀਂ ਹੋਣਗੇ ਸੋ ਮੈਂ ਆਈ ਐਮ ਜਸਟ ਟ੍ਰਾਈਂਗ ਟੂ ਲਿੰਕ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਦ ਤੱਕ ਸਾਨੂੰ ਮਾਣ ਨਹੀਂ ਹੋਏਗਾ ਅਸੀਂ ਉਸ ਦੇ ਕਲੋਜ਼ ਨਹੀਂ ਜਾਣਾ ਚਾਹਾਂਗੇ ਬੱਚੇ ਜਿਵੇਂ ਕਿਸੇ ਦੇ ਘਰ ਅਗਰ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਨਾ ਮੰਮੀ ਕਹਿ ਦਿੰਦੀ ਹੈ ਮੰਮੀ ਕਹਿੰਦੀ ਹੈ ਮੈਂ ਨਾਸ਼ਤਾ ਨਹੀਂ ਦਾਂਗੀ ਜਦ ਤੱਕ ਮੱਥਾ ਟੇਕ ਕੇ ਨਹੀਂ ਆਓਗੇ ਓਹੋ ਆਪਾਂ ਪੂਰਾ पहाड़ टूट पैंदा है कि मत्था टेकना पेगा ओहो बड़ा इरिटेट होके गए मत्था टेकिया ते चल मेरे भाई बाहर गुरु साहब कौन है कौन उत्थे बैठ के सेवा कर रहा है ए मम्मियां दा काम है पापा दा दादा दादी दा काम है या नाना नानी दा काम है साडा काम थोड़ी है मत्था टेकिया ते बाहर दो मम्मा नाश्ता मत्था टेक आया मैं या आई हां व्हाटएवर तो क्यों वाई क्यों ना तुसी मत्था टेक के गुरु ग्रंथ साहिब जी कोल जाओ क्यों ना तुसी उसको तुसी ਉਹਨਾਂ ਨੂੰ एक्सप्लोर करो क्यों वो कोई एलियन चीज नहीं है ਉਹਨੂੰ befriend करो be friends with गुरु ग्रंथ साहिब जी fall in love with गुरु ग्रंथ साहिब जी why not देखो ਤੁਹਾਨੂੰ ਕਿਉਂ ਕਿਹਾ ਜਾਂਦਾ ਹੈ ਕਿ ਬੇਟਾ ਪਿੱਛੇ ਹੋ ਜਾਓ ਧਿਆਨ ਨਾਲ ਕਿਉਂਕਿ ਸਿੰਪਲ ਇੱਕ ਛੋਟੇ ਛੋਟੇ
ਵੀ ਫੀਅਰ ਹੁੰਦੇ ਆ ਵੱਡਿਆਂ ਦਿਲਾਂ ਵਿੱਚ, ਕਿਤੇ ਸਬਜ਼ੀ ਵਾਲੇ ਗੰਦੇ ਹੱਥ ਤੇ ਨਹੀਂ ਲਿਆਇਆ, ਪੈਰਾਂ ਵਾਲੇ ਹੱਥ ਤੇ ਨਹੀਂ ਗੁਰੂ ਸਾਹਿਬ ਨੂੰ ਲਗਾ ਦੇਣਗੇ ਸਰੂਪ ਨੂੰ, ਜਾਂ ਤੇਜ਼ ਤੇਜ਼ ਅੰਗ ਪਲਟਣਗੇ ਤੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਖੰਡਰ ਤੇ ਨਹੀਂ ਹੋ ਜਾਣਗੇ, ਉਹਨਾਂ ਦੇ ਫਟ ਤੇ ਨਹੀਂ ਜਾਣਗੇ ਅੰਗ। ਜੇ ਤੁਸੀਂ ਇਹ ਪੱਕਾ ਭਰੋਸਾ ਉਹਨਾਂ ਨੂੰ ਦਿਵਾਓ ਪੇਰੈਂਟਸ ਨੂੰ ਕਿ ਬਈ ਅਸੀਂ ਹੱਥ ਸਾਫ਼ ਕਰਕੇ ਆਇਆ, ਸਾਡਾ ਸਿਰ ਕੱਜਿਆ ਹੋਇਆ ਹੈ, ਅਸੀਂ ਨਹੀਂ ਫਾੜਾਂਗੇ, ਅਸੀਂ ਸਮਝਦਾਰ ਹਾਂ ਬਈ ਗੁਰੂ ਸਾਹਿਬ ਨੇ, ਬੈਠੋ ਤੁਸੀਂ ਗੁਰੂ ਸਾਹਿਬ ਦਾ ਸਰੂਪ ਜਿਹੜਾ ਖੋਲੋ। ਕਿਉਂ ਸਿਰਫ ਖੁੱਲੇ ਹੋਏ ਸਰੂਪ ਦੇ ਉੱਤੇ ਝਾਤ ਮਾਰਨ? ਲੋ ਗੋ ਬੈਕ, ਪਹਿਲਾ ਪੇਜ ਦੇਖੋ, ਪਹਿਲਾ ਪੇਜ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ? प्लेन पेज होएगा, फिर की होएगा, फिर लिखा होएगा गुरु ग्रंथ साहिब, श्री गुरु ग्रंथ साहिब जी आद यानी बिगिनिंग, फिर की होएगा इंडेक्स होएगा। तो क्यों ना ਅਸੀਂ फ्रेंडशिप करिए गुरु ग्रंथ साहिब जी ਨੂੰ? क्यों ਉਹਨਾਂ ਨੂੰ एलियन बना के ਅਸੀਂ ਆਪਣੇ ਘਰਾਂ ਦੇ ਅੰਦਰ ਰੱਖਿਆ ਹੋਇਆ? ਜਿਸ ਤਰ੍ਹਾਂ ਸਾਡੇ ਸਾਰੇ ਮੈਂਬਰਸ ਦਾ ਦਿਲ ਕਰਦਾ ਹੈ ਅਸੀਂ ਇੱਕ ਦੂਜੇ ਨਾਲ ਬੈਠੀਏ, ਗੁਰੂ ਗ੍ਰੰਥ ਸਾਹਿਬ ਜੀ ਵੀ ਸਾਡੇ ਮੈਂਬਰ ਨੇ, ਜੇ ਘਰ ਵਿੱਚ ਨਹੀਂ ਹੈ ਗੁਰਦੁਆਰਾ ਸਾਹਿਬ ਵਿੱਚ ਹੈ, ਕੋਈ ਗੁਰਦੁਆਰਾ ਸਾਹਿਬ ਵਿੱਚ ਕੋਈ ਗ੍ਰੰਥੀ ਜੀ, ਕੋਈ ਸੇਵਾਦਾਰ ਤੁਹਾਨੂੰ ਮਨਾ ਨਹੀਂ ਕਰੇਗਾ ਜੇ ਤੁਸੀਂ ਕਹੋਗੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਖ ਲਈਏ, ਕਿ ਅਸੀਂ ਫਸਟ ਪੇਜ ਦੇਖ ਲਈਏ, ਪਰਤਾ ਕੇ ਦੇਖੀਏ। ਉਹ ਕਹਿਣਗੇ ਬੇਟਾ ਹੱਥ ਧੋ ਕੇ ਆਓ, ਤੁਸੀਂ ਕਹੋਗੇ ਧੋ ਲਿਆ ਬੇਟਾ, ਸਿਰ ਕੱਜਿਆ ਹੋਇਆ, ਹਾਂਜੀ ਕੱਜਿਆ ਹੋਇਆ, ਧਿਆਨ ਨਾਲ ਫਾੜੋਗੇ ਤੇ ਨਹੀਂ, ਇਹੀ ਗੱਲ ਕਹਿਣਗੇ ਨਾ, ਉਹ ਹੋਰ ਕੀ ਕਹਿ ਲੈਣਗੇ? मतलब तो है कि बेअदबी नहीं होनी चाहिए, पूरी फुल रिस्पेक्ट नाल तुसी गुरु ग्रंथ साहिब जी नाल अगर डील करते हो तो तुहानू कौन मना करेगा? दसो, कोई नहीं मना करेगा। तो अगर तुहाडे घर विच है वेल एंड गुड, गुरु ग्रंथ साहिब जी गुरुद्वारा साहिब विच है तो जाओ, ट्राई टू एक्सप्लोर। और हुण ते फोना विच है, अगर चलो वो भी नहीं है, गुरुद्वारे भी नहीं जा सकते जी, कोविड है, घर प्रकाश नहीं है, सैंचियां होंगी, थर्ड ऑप्शन सैंचियां नू देखो। क्यों सिर्फ मम्मी का काम है खोलना पाठ करना बंद करना? भाई ਤੁਹਾਡਾ ਕੰਮ क्यों नहीं है? एक्सप्लोर करो, देखो तो सही ਉਹਦੇ ਵਿੱਚ ਕੀ ਹੈ। ਜਦੋਂ ਤੁਸੀਂ ਗੁਰਮੁਖੀ ਦੇਖੋਗੇ ਫਿਰ ਉਸ ਨੂੰ ਪੜਨ ਦੀ ਕੋਸ਼ਿਸ਼ ਕਰੋਗੇ, ਨਹੀਂ ਪੜਿਆ ਜਾਏਗਾ, ਤੁਹਾਡਾ ਜੀ ਕਰੇਗਾ ਕਿ ਹਾਂ ਅਸੀਂ ਪੜੀਏ ਦੇਖੀਏ, ਹੈ ਨਾ। तो गुरु ग्रंथ साहिब जी ਨੂੰ प्लीज बी फ्रेंड गुरु ग्रंथ साहिब जी। ਜੇ ਸਾਡੇ ਸਕੂਲ ਵਿੱਚ ਵੀ ਕੋਈ ਬੱਚਾ ਬਾਹਰੋਂ ਆ ਜਾਂਦਾ ਨਾ ਤੇ ਅਸੀਂ ਦੂਰੋਂ ਦੇਖਦੇ ਰਹਿੰਦੇ ਆ ਕਿ ਮੇਰੇ ਨਾਲ ਫਰੈਂਡਸ਼ਿਪ ਕਰੇਗਾ, ਮੈਨੂੰ ਬੁਲਾਏਗਾ, ਪਹਿਲੇ ਅਸੀਂ ਉਹਦੇ ਇਰਦ ਗਿਰਦ ਘੁੰਮਦੇ ਰਹਿੰਦੇ ਆ, ਫਿਰ ਧੀਰੇ ਧੀਰੇ ਹੈਲੋ ਹਾय, फिर धीरे धीरे where are you from करोगे ना। और क्योंकि ਤੁਹਾਨੂੰ लगता है कि वो इंग्लिश स्पीकिंग है, किसी बाहर ਦੇ ਦੇਸ਼ ਤੋਂ ਆਇਆ, ਤੁਸੀਂ ਉਹਦੀ ਭਾਸ਼ਾ ਵਿੱਚ ਉਹਦੇ ਨਾਲ ਗੱਲ ਕਰੋਗੇ। तो सेम इज द केस विद गुरु ग्रंथ साहिब जी। ਤੁਸੀਂ ਉਸ ਨੂੰ ਉਹਨਾਂ ਨੂੰ befriend ਕਰੋ, fall in love with ਗੁਰੂ ਗ੍ਰੰਥ ਸਾਹਿਬ ਜੀ, ਫਿਰ ਤੁਹਾਡਾ ਜੀ ਕਰੇਗਾ ਕਿ ਉਹਨਾਂ ਦੀ ਭਾਸ਼ਾ ਅਸੀਂ ਸਿੱਖੀਏ, ਉਹਨਾਂ ਵਿੱਚ ਗੁਰੂ ਸਾਹਿਬ ਨੇ ਗੁਰਮੁਖੀ ਦੇ ਵਿੱਚ ਬਾਣੀ ਉਚਾਰੀ, ਅਸੀਂ ਗੁਰਮੁਖੀ ਸਿੱਖੀਏ, ਹੈ ਨਾ। ਬਟ ਦ ਅੰਡਰਲਾਈਨ ਆਈਡੀਆ ਇਜ਼ ਭਰੋਸਾ ਐਂਡ ਲਵ। जब तक भरोसा नहीं होएगा कि गुरु ग्रंथ साहिब जी सानू गाइड करेंगे, असी नहीं जुड़ सकते, है ना। और प्यार, दिलों प्यार, सानू मोहब्बत होनी चाहिए है कि हाँ गुरु ग्रंथ साहिब जी नाल सानू भी वी लव गुरु ग्रंथ साहिब जी। नाउ कमिंग टू गुरमुखी, गुरमुखी इज अ, जिवें मैं कहा गुरु ग्रंथ साहिब जी बहुत मॉडर्न है, इसी तरह गुरमुखी इज अ वेरी मॉडर्न स्क्रिप्ट, ए लिपि बहुत बहुत ज्यादा मॉडर्न है। इस विच सारियां वो साउंड पॉसिबल ने ਜਿਹੜੀਆਂ ਸਾਨੂੰ ਆਮ ਤੌਰ ਤੇ ਲਿਖਣ ਲਈ। ਇੰਗਲਿਸ਼ ਵਿੱਚ ਕਿੰਨੀ ਸਾਊਂਡਸ ਮਿਸਿੰਗ ਹੈ, ੜ ਨਹੀਂ ਹੁੰਦਾ, ਕ ਨਹੀਂ ਹੁੰਦਾ, ਲੇਕਿਨ ਅਸੀਂ ਇੰਨੇ ਲੱਕੀ ਹਾਂ ਕਿ ਗੁਰੂ ਸਾਹਿਬ ਨੇ ਇੰਨੀ ਸਾਨੂੰ ਮਾਡਰਨ ਲਿਪੀ ਦਿੱਤੀ ਜਿਹਦੇ ਨਾਲ ਹਰ ਸਾਊਂਡ ਕੱਢਣੀ ਪੋਸੀਬਲ ਹੈ। ਸੋ ਇਹ ਪਹਿਲੇ ਭਰੋਸਾ ਇਹਦੇ ਅੰਦਰ ਵੀ ਕਿ ਗੁਰਮੁਖੀ ਸਾਨੂੰ ਸਿੱਖਣੀ ਹੈ ਔਰ ਅਸੀਂ ਉਹਦੇ ਨਾਲ ਐਨਰਿਚ ਹੋ ਜਾਵਾਂਗੇ। ਪਹਿਲੇ ਅਸੀਂ थोड़ी जी गल मैं करांगी, फिर मैं तुहानू गुरमुखी दा स्क्रीन शेयर करके ना आई विल शो यू समथिंग। लेकिन उस तो पहले गल करनी है मैनू कि गुरमुखी सीखना, सिखाना और मान होना, ये तीन अलग अलग चीज़ां हैं। पंजाबी सीखनी, पंजाबी सिखानी और पंजाबी से मान होना। तो मान होने की गल असीं कर चुके हैं। जब तक सानू भरोसा नहीं होएगा गुरु ग्रंथ साहिब जी पे और मान नहीं होएगा अपनी भाषा ते, प्रॉब्लम की हो गई ना साडे नाल कि बहुता साडे बहुतियां विचों है मां बोली है, साडी मां बोली है पंजाबी, बट प्रॉब्लम की है मां नहीं बोलती, मां बोलती नहीं। तो प्रॉब्लम इत्थों शुरू हो गई क्योंकि मां हुण बोलती नहीं। तो मां बोली कहना कितना फजूल हो गया क्योंकि मां ने बोली ही नहीं। ਤੁਸੀਂ ਜਦੋਂ ਦੇ पैदा होए मम्मी यही कहती थी चलो उठो नहा लो, आप खा लो, आप स्कूल से आ गए, अब तूने कितना काम किया मुझे दिखा। माँ ने बोली ही नहीं ना, माँ ने बोली ही नहीं, तो वो माँ बोली हुण रही नहीं, प्रॉब्लम सारी इत्थों शुरू हो गई। तो
ਤੇ ਬਲੇਮ ਕਰਨਾ ਤੇ ਮੈਂ ਨਹੀਂ ਚਾਹਾਂਗੀ, ਲੇਕਿਨ ਜਿਹੜੇ ਵੀ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਇਹ ਗੱਲ ਸੁਣ ਰਹੇ ਨੇ, ਪਲੀਜ਼ ਫॉर गॉड ਸੇਕ ਚੇਂਜ ਚੇਂਜ ਪਲੀਜ਼ ਘਰਾਂ ਵਿੱਚ ਪੰਜਾਬੀ ਬੋਲੋ। ਜਦ ਤੱਕ ਅਸੀਂ ਪੰਜਾਬੀ ਨਹੀਂ ਬੋਲਾਂਗੇ, ਇਹਨਾਂ ਬੱਚਿਆਂ ਦਾ ਜਿੰਨੇ ਫੇਸਿਸ ਮੈਨੂੰ ਨਜ਼ਰ ਆ ਰਹੇ ਹਨ ਨਾ, ਇਹਨਾਂ ਵਿੱਚੋਂ ਮੈਨੂੰ ਇੱਕ ਵੀ ਬੱਚਾ ਐਸਾ ਨਹੀਂ ਲੱਗ ਰਿਹਾ ਕਿ ਜਿਨ੍ਹਾਂ ਨਾਲ ਪੰਜਾਬੀ ਬੋਲੀ ਜਾਏ ਔਰ ਉਹ ਨਾ ਬੋਲਣ। ਇਹ ਫੈਕਟ ਹੈ 101%। ਅਗਰ ਘਰਾਂ ਵਿੱਚ ਪੰਜਾਬੀ ਬੋਲੀ ਜਾਏਗੀ, ਇਹ ਸਾਰੇ ਬੱਚੇ ਪੰਜਾਬੀ ਬੋਲਣਗੇ ਡੈਫੀਨੇਟਲੀ। लेकिन सानू अपने अंदर चेंज लियाना है। सानू एज पेरेंट्स एज ग्रैंड पेरेंट्स, क्यों बेचारे दादा दादी आ गया स्कूल से, अच्छा आज क्या कराया, क्यों वो टॉर्चर है उन्हां लई, वो नहीं बोलना चाहते हिंदी, बट वो ਤੁਹਾਨੂੰ ਕੰਫਰਟੇਬਲ ਕਰਨ ਲਈ ਹਿੰਦੀ ਵਿੱਚ ਗੱਲ ਕਰਦੇ हैं। सो इट्स एन अपील टू ऑल पेरेंट्स एंड ग्रैंड पेरेंट्स, ਘਰਾਂ ਵਿੱਚ ਪਲੀਜ਼ ਪੰਜਾਬੀ ਬੋਲੋ। ਇਹ ਅੱਜ ਦੀ ਉਨੀ ਹੀ ਨੀਡ ਹੈ ਜਿੰਨੀ ਕਿ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਸ਼ਹੀਦੀ ਦਿੱਤੀ, ਤਾਂ ਕੌਮ ਨੂੰ ਧਰਮ ਨੂੰ ਬਚਾਉਣ ਦੀ ਇਹੀ ਨੀਡ ਸੀ ਕਿ ਉਸ ਵੇਲੇ ਸ਼ਹੀਦੀ ਤੋਂ ਘੱਟ ਵਿੱਚ ਇਹ ਕੰਮ ਬਣਨਾ ਨਹੀਂ ਸੀ। ਅੱਜ ਦੀ ਡੇਟ ਵਿੱਚ ਉਨੀ ਹੀ ਸੀਰੀਅਸ ਸਿਚੁਏਸ਼ਨ ਬਣੀ ਹੈ, ਕੌਮ ਨੂੰ ਉਨਾ ਹੀ ਖਤਰਾ ਹੈ, ਲੇਕਿਨ ਅੱਜ ਦੀ ਨੀਡ ਹੈ ਪੰਜਾਬੀ। ਪੰਜਾਬੀ ਮਰਦੀ ਜਾ ਰਹੀ ਹੈ। ਜਿਸ ਕੌਮ ਨੂੰ ਖਤਮ ਕਰਨਾ ਹੋਏ, ਤੁਸੀਂ ਆਮ ਸੁਣਿਆ ਹੋਏਗਾ, ਮੈਂ ਕੋਈ ਨਵੀਂ ਗੱਲ ਨਹੀਂ ਕਹਿ ਰਹੀ, ਜਿਸ ਕੌਮ ਨੂੰ ਖਤਮ ਕਰਨਾ ਹੋਏ ਉਸਦੀ ਭਾਸ਼ਾ ਨੂੰ ਖਤਮ ਕਰ ਦੋ, ਉਹ ਖਤਮ ਹੋ ਜਾਏਗੀ ਕੌਮ। तो गुरु तेग बहादुर जी वेले, साहिबजादियां वेले, गुरु गोबिंद सिंह जी वेले कौम खतरे विच सी, उन्होंने शहीदी दिती, उस वेले शहीदी दी लोड़ सी। हुन अगेन कौम खतरे विच है, खत्म हो जाएगी ये कौम। इन्ना अमीर विरसा खत्म हो जाएगा जे असीं पंजाबी नहीं बोलांगे। उन्होंने टॉर्चर सिया, फीस कटवा लिया, नीहां विच चिणे गए, असीं याद कर दिंदे आ, असीं कहंदे आ असीं बड़ी सिੱਖੀ निभा ली, असीं ते साहिबजादियां दा गुरपुरब मनाया, असीं ते उन्हां दा शहीदी पुरब मनाया, लेकिन की कीता असीं बस मनाया, ਉਹਨਾਂ ਦੇ ਉਸ ਵੇਲੇ ਦੀ ਲੋੜ ਨੂੰ ਪੂਰਾ ਕੀਤਾ। ਅੱਜ ਸਾਡੀ ਲੋੜ ਹੈ ਪੰਜਾਬੀ ਬੋਲ ਕੇ ਆਪਣੀ ਕੌਮ ਨੂੰ ਬਚਾਉਣ ਦੀ। ਅਸੀਂ ਨਹੀਂ ਬੋਲਣਾ ਚਾਹੁੰਦੇ, ਕੌਣ ਕਰੇਗਾ। ਤੁਹਾਨੂੰ ਇਹ ਟੌਰਚਰ लगता है, जे कह दो ना बेटा नहीं आज तो पंजाबी बोलोगे, क्या मम्मी मेरे को आपसे बात ही नहीं करनी, नहीं मैं बात करता, चलो आप पंजाबी पंजाबी करते रहते, तो व्हाट वेयर आर वी। ਅਸੀਂ कविता ਦਾ नाम देना है ਸਾਹਿਬਜ਼ਾਦਿਆਂ ਦੇ ਗੁਰਪੁਰਬ ਤੇ, ਕਿਹੜਾ ਬੱਚਾ ਕविता ਸੁਣਾਏਗਾ मैं, लेकिन ਸਾਹਿਬਜ਼ਾਦਿਆਂ ਦੇ ਜੀਵਨ ਤੋਂ ਕੋਈ ਉਪਦੇਸ਼ ਲਿਆ ਸੀ ਨਾ ਨਾ, ਕਿਉਂਕਿ ਉਹਨਾਂ ਨੇ ਸ਼ਹੀਦੀ ਉਸ ਸਮੇਂ ਦੀ ਲੋੜ ਸੀ ਕੌਮ ਨੂੰ ਬਚਾਉਣ ਲਈ। ਅੱਜ ਕੌਮ ਨੂੰ ਬਚਾਉਣ ਲਈ ਲੋੜ ਹੈ ਪੰਜਾਬੀ ਵਿੱਚ ਬੋਲੋ। ਅਸੀਂ ਨਹੀਂ ਬੋਲ ਸਕਦੇ, ਕविता मैं सुना दूंगा। So this is not fair, please let's not do it। पंजाबी बोलो, नहीं तो सब खत्म हो जाएगा। एक कौम खतरे विच है, जे भाषा खत्म हो गई तो कोई ऐसी ਦਾ ਕਦਰਦਾਨ ਨਹੀਂ ਰਹੇਗਾ, ਇਹ ਕੌਮ ਖਤਮ ਹੋ ਜਾਏਗੀ। ਸੋ ਪਲੀਜ਼ ਆਓ ਇਸ ਦਾ ਪ੍ਰਣ ਕਰੀਏ ਕਿ ਅਸੀਂ ਘਰਾਂ ਵਿੱਚ ਪੰਜਾਬੀ ਬੋਲਾਂਗੇ। ਅੱਜ ਦੀ ਲੋੜ ਹੈ, ਇਹੀ ਸੈਕਰੀਫਾਈਸ ਹੈ, ਅਸੀਂ ਇਸ ਤੋਂ ਪਿੱਛੇ ਨਹੀਂ ਹਟਾਂਗੇ। ਇਹ ਸਾਨੂੰ ਪ੍ਰੋਮਿਸ ਕਰਨਾ ਹੀ ਕਰਨਾ ਹੈ ਆਪਣੇ ਨਾਲ। ਹੁਣ ਮੇਰੀ ਉਮਰ ਇੱਕ ਗੱਲ ਅਸੀਂ ਖੰਡ ਦੀ, ਇੱਕ ਖਾਂਡ ਦੀ ਔਰ ਇੱਕ ਮਾਂਡ। ਸੋ ਅਸੀਂ ਮਾਂਡ ਦੀ ਗੱਲ ਕਰ ਚੁੱਕੇ, ਪੰਜਾਬੀ ਬੋਲਣ ਦੀ ਲੋੜ ਦੀ ਗੱਲ ਕਰ ਚੁੱਕੇ। ਜੇ ਨਹੀਂ ਬੋਲਾਂਗੇ ਤੇ ਕੌਮ ਖਤਮ ਹੋ ਜਾਏਗੀ। ਸੋ ਪਲੀਜ਼ ਇਹ ਸਾਰੀ ਵਾਰਨਿੰਗ ਬੱਚਿਆਂ ਨੂੰ ਔਰ ਪੇਰੈਂਟਸ ਨੂੰ ਹੈ। ਹੁਣ ਸਿੱਖਣ ਕੌਣ ਆਉਂਦਾ ਹੈ? ਸਿੱਖਣ ਆਉਂਦੇ ਹੈ ਬੇਟਾ, ਪੰਜਾਬੀ ਪੜ੍ਹਾਉਂਦੇ ਮੈਨੂੰ ਵੀ ਬਹੁਤ ਸਾਲ ਹੋ ਗਏ। ਕਾਲਜ ਦੇ ਬੱਚੇ ਆ ਜਾਂਦੇ हैं, क्यों? क्योंकि खालसा कॉलेज ਵਿੱਚ ਐਡਮਿਸ਼ਨ ਹੋਣੀ ਹੈ, ਉੱਥੇ ਪੰਜਾਬੀ ਜਿਹੜੀ ਹੈ ਨਾ ਉਹ ਬੜੀ ਹੈ, ਕੰਪਲਸਰੀ ਹੈ, ਸਾਨੂੰ ਪੰਜਾਬੀ ਪੜ੍ਹਾ ਦਿਓ। ਕਿਸੇ ਨੂੰ ਆਈਡੀਆ ਆ ਗਿਆ ਕਿ यूपीएससी ਦਾ ਐਗਜ਼ਾਮ ਮੈਨੂੰ ਦੇਣਾ ਹੈ, ਮੈਨੂੰ IAS ਦਾ ਨਾ ਪੰਜਾਬੀ ਵਿੱਚ ਜੇ ਦੇਵਾਂਗਾ ਨਾ ਤੇ ਮੇਰੇ ਚਾਂਸਸ ਜ਼ਿਆਦਾ ਬ੍ਰਾਈਟ ਹੋਣਗੇ। ਤੇ ਕਿਉਂਕਿ ਉੱਥੇ ਕੰਪੀਟੀਸ਼ਨ ਘੱਟ ਹੁੰਦਾ, ਪੰਜਾਬੀ ਵਿੱਚ UPSC ਦਾ ਐਗਜ਼ਾਮ ਦੇਣ ਵਾਲੇ ਘੱਟ ਹੁੰਦੇ, ਮੈਨੂੰ ਪੰਜਾਬੀ ਸਿਖਾ ਦਿਓ। ਇਹ ਮੈਂ ਵੱਡੇ ਬੱਚਿਆਂ ਦੀ ਗੱਲ ਕਰ ਰਹੀ ਹਾਂ। फिर कुछ ऐसे बच्चे होंगे जेड़े छोटे बच्चे है ना, मेरे फ्रेंड ने ज्वाइन की है, मेरे को भी करनी है। फिर उन्हां दी मम्मी नूं लगदा है कि उन्हां नूं पंजाबी आनी चाहिए ते तक्कन तक्की उन्हां नूं पंजाबी। फिर कुछ बच्चे ऐसे होंगे हैं जेड़े समर कैंप समझ के कि चलो पेरेंट्स भी कहते हैं 2-3 घंटे ते चलो किसे कम लगणगे, समर कैंप विच पा दो। समर कैंप विच कोई ऑप्शन नहीं है, पंजाबी है, चलो जी पंजाबी विच चले जाओ। तो इस तरह के बहुत सारी सिचुएशंस विच बच्चे जेड़े है ना वो पंजाबी क्लास ज्वाइन करते हैं। कोई पीयर इफेक्ट है, कोई किसी तरह का है, कोई किसी तरह का है। हुण निभदा कौन है? पहली क्लास, दूसरी क्लास, 10 क्लासा, 20 क्लासा, कौन चलेगा? चलते रहे 8 साल 10 साल तो जेड़ा बच्चा पहले पढ़ाया सी वो आज 10th का एग्जाम देगा बोर्ड का, ठीक है। लेकिन बड़े सारे बच्चे जुड़े तो बहुत सी छट के रह गए इन्ने जे, क्यों? क्योंकि उन्होंने मोहब्बत नहीं हुई।
ਉਹਨਾਂ ਨੂੰ ਪਿਆਰ ਨਹੀਂ ਹੋਇਆ, ਉਹਨਾਂ ਨੂੰ ਗੁਰੂ ਸਾਹਿਬ ਤੇ ਭਰੋਸਾ ਨਹੀਂ ਹੋਇਆ ਕਿ ਅਸੀਂ ਗੁਰਮੁਖੀ ਪੜ੍ਹ ਕੇ ਇੱਕ ਐਸਾ ਟ੍ਰੈਜਰ ਲੱਭ ਲਾਂਗੇ ਜਿਹੜਾ ਸਾਨੂੰ ਲਾਈਫ ਸਕਿੱਲ ਸਿਖਾਏਗਾ। ਉਹ ਭਰੋਸਾ ਵਿੱਚ ਕਿੱਥੇ ਟੁੱਟ ਗਿਆ, ਉਹ ਮੁਹੱਬਤ ਵਿੱਚ ਕਿੱਥੇ ਟੁੱਟ ਗਈ। तो टाइम बड़ी तेजी नाल दौड़ रहा है, तो फटाफट मैं हुन बेटा स्क्रीन शेयर करन जा रही हूँ और कुछ ऐसी चीज़ां से आई जस्ट वांट टू शेयर कि गुरमुखी जेड़ी है उन्होंने बहुत ज़्यादा ट्रेडिशनल तरीके नाल ना पढ़ाई जाती है ना पढ़ी जाती है। तो बहुत इंटरेस्टिंग हो गया है सारा कुछ। तो मैं सिर्फ एक स्क्रीन शेयर करके आई विल जस्ट वांट टू गिव यू सेम क्लास से बंदी जरूर डेफिनेटली ऐसे फॉलो होती है और ऐसे जरूर करांगे। तो थोड़ा जिहा मैं थोड़े नाल स्क्रीन शेयर करके तुहानू दिखा रही हूँ। नाउ सी सब तो पहला ਜਦੋਂ ਅਸੀਂ ਗੁਰਮੁਖੀ ਜੁਆਇਨ ਜਦੋਂ ਅਸੀਂ ਪੰਜਾਬੀ ਪੜ੍ਹਨੀ ਸ਼ੁਰੂ ਕਰਦੇ ਹਾਂ ਤੇ ਜਿਹੜਾ ਵੀ ਬੰਦਾ ਕਹਿੰਦਾ ਅੱਛਾ ਪੰਜਾਬੀ ਕਲਾਸ ਜਾ ਰਹੇ ਹੋ, ਊੜਾ ਐੜਾ ਸਿੱਖ ਲਿਆ। ਔਰ ਅਸੀਂ ਊੜਾ ਐੜਾ ਸਿਖਾਉਂਦੇ ਹੀ ਨਹੀਂ ਜਲਦੀ। ਅਸੀਂ ਕਹਿੰਦੇ ਹਾਂ ਹਾਹੇ ਤੋਂ ਸਿੱਖੋ, ਅਸੀਂ ਕਹਿੰਦੇ ਹਾਂ ਹਾਹਾ ਰਾਰਾ ਗੱਗਾ ਸਿੱਖੋ। ਲਾਈਕ ਫॉर एग्जांपल क्यों? क्योंकि ਅਸੀਂ ਕਹਿੰਦੇ ਹਾਂ ਇਹ ਬੱਚੇ ਬਣਾ ਆਸਾਨੀ ਨਾਲ ਲੈਂਦੇ ਆ, ਅਸੀਂ ਇਸ ਤਰ੍ਹਾਂ ਸ਼ੁਰੂ ਕਰਦੇ ਹਾਂ। ਸੋ ਜਦੋਂ ਤੁਹਾਨੂੰ ਕੋਈ ਪੰਜਾਬੀ ਕਲਾਸ ਸਿੱਖਣ ਤੋਂ ਬਾਅਦ ਪੁੱਛੇਗਾ ਊੜਾ ਐੜਾ ਸਿੱਖ ਲਿਆ, ਤੁਸੀਂ ਕਹੋਗੇ ਨਹੀਂ ਲੈ ਇਹ ਕਿਹੜੀ ਪੰਜਾਬੀ ਕਲਾਸ ਹੈ, ਊੜਾ ਐੜਾ ਹੀ ਨਹੀਂ ਅਜੇ ਤੱਕ ਸਿਖਾਇਆ, 4 ਕਲਾਸਾਂ ਅਟੈਂਡ ਕਰ ਬੈਠੇ, ਕਰ ਕੀ ਰਹੇ ਹੋ। ਸੋ ਇਹ ਬੇਟਾ ਇੱਕ ਸਟੱਡੀ ਹੁੰਦੀ ਰਹਿੰਦੀ ਹੈ ਨਾ, ਇਹ ਸਟੱਡੀ ਹੁੰਦੀ ਰਹਿੰਦੀ ਹੈ ਕਿ ਕਿਸ ਤਰੀਕੇ ਨਾਲ ਤੁਹਾਨੂੰ ਸਿਖਾਇਆ ਜਾਏ ਜਿਹਦੇ ਨਾਲ ਜਲਦੀ ਤੁਹਾਡੇ ਦਿਮਾਗ ਵਿੱਚ ਫਿਰ ਕੀ ਹੋਏਗਾ ਨਾ, ਜਦੋਂ ਤੁਹਾਡੀ ਅੱਖਰ ਰੈਕਗਨੀਸ਼ਨ ਜਲਦੀ ਹੋਏਗੀ ਤੁਸੀਂ ਵਰਡਸ ਬਣਾ ਬਣਾ ਕੇ ਪੜ੍ਹ ਲੋਗੇ। ਜਿਵੇਂ ਜਿਵੇਂ ਤੁਸੀਂ ਵਰਡਸ ਪੜੋਗੇ ਤੁਹਾਨੂੰ ਮੋਟੀਵੇਸ਼ਨ ਆਏਗੀ, ਤੁਸੀਂ ਕਹੋਗੇ ਵਾਓ ਮੈਂ 10 ਅੱਖਰ, ਮੈਂ ਤੇ ਸਿਰਫ ਹਾਲੇ 10 ਅੱਖਰ ਸਿੱਖੇ ਨੇ, ਵਰਡਸ ਮੈਂ 20 ਪੜ੍ਹ ਲਏ। तो इस रिसर्च के हिसाब नाल देयर इज अ चेंज इन द स्ट्रैटेजी ਅਸੀਂ ਕਿਸ ਤਰ੍ਹਾਂ ਪੜ੍ਹਾਉਂਦੇ ਆ। ਫਿਰ ਸਾਨੂੰ ਇਹ ਕਲੀਅਰ ਹੋਣਾ ਚਾਹੀਦਾ ਭਾਸ਼ਾ ਯਾਨੀ ਲੈਂਗੁਏਜ। ਮੈਂ ਨਾਲ ਨਾਲ ਸੀ ਆਈ ਐਮ ਯੂਜ਼ਿੰਗ ਇੰਗਲਿਸ਼ ਕਿਉਂਕਿ ਮੈਨੂੰ ਪਤਾ ਲੱਗਿਆ ਕਿ ਇਸ ਕਲਾਸ ਦੀ ਜਿਹੜੀ ਰੀਚ ਹੈ, ਹੁਣ ਮੈਂ ਥੈਂਕਸ ਟੂ ਕੋਵਿਡ ਤੇ ਨਹੀਂ ਕਹਾਂਗੀ ਬਟ ਹਾਂ ਕੋਵਿਡ ਨੇ ਜਿੱਥੇ ਸਾਨੂੰ ਇੰਨਾ ਸਹਿਮ ਹੈ ਸਾਡੇ ਅੰਦਰ ਪਾ ਦਿੱਤਾ, ਉੱਥੇ ਕਿਤੇ ਨਾ ਕਿਤੇ ਇੰਨਾ ਫਾਇਦਾ ਹੋਇਆ ਕਿ ਸਿਰਫ ਇੱਕ ਲੋਕਲ ਕਲਾਸ ਨਾ ਰਹਿ ਕੇ ਪੂਰੀ ਦਿੱਲੀ ਦੀ ਨਾ ਲੈ ਕੇ ਪੂਰੀ ਇੰਡੀਆ ਦੇ ਬੱਚੇ, ਪੂਰੀ ਇੰਡੀਆ ਤੋਂ ਵੀ ਬਾਹਰ ਅਬਰੋਡ ਦੇ ਬੱਚੇ ਵੀ ਸਾਡੇ ਨਾਲ ਡਿਜੀਟਲ ਵੇ ਨਾਲ ਇੱਥੇ ਆਨਲਾਈਨ ਜੁੜ ਗਏ। तो जिथे वाहिगुरु ने सानू कोविड वर्गी भयंकर महामारी दिती, उत्थे किते ना किते सानू बहुत सारे रस्ते खोल भी दिते। सो अगेन भरोसा है ना, भरोसा कि गुरु साहब ने डेफिनेटली ਇਹਦੇ अंदर कुछ चंगा किया। तो जे ਇਹ भरोसा ਸਾਡੇ दिल ਵਿੱਚ बैठ जाएगा ਤੇ ਫਿਰ ਅਸੀਂ ਗੁਰੂ ਸਾਹਿਬ ਨਾਲ ਫਰੈਂਡਸ਼ਿਪ ਕਰਾਂਗੇ, ਫਿਰ ਅਸੀਂ ਗੁਰੂ ਦੀ ਹਰ ਗੱਲ ਮੰਨਾਂਗੇ। ਗੁਰੂ ਕਹੇਗਾ ਗੁਰਮੁਖੀ ਪੜ੍ਹ ਕੇ ਮੇਰੇ ਕੋਲ ਆਓ, ਅਸੀਂ ਕਹਾਂਗੇ ਸਤ ਵਚਨ ਜੀ ਅਸੀਂ ਪੜਾਂਗੇ। तो ਉਹ ਭਰੋਸਾ। तो मैं जस्ट एक क्विक ਤੁਹਾਨੂੰ ਦੱਸ ਰਹੀ ਹਾਂ ਕਿ ਲੈਂਗੁਏਜ ਔਰ ਸਕ੍ਰਿਪਟ ਦੀ ਅਸੀਂ ਗੱਲ ਕੀਤੀ ਸੀ। ਸੋ ਸਾਡੀ ਲੈਂਗੁਏਜ ਜਿਹੜੀ ਹੈ ਉਹ ਪੰਜਾਬੀ ਹੈ, ਠੀਕ ਹੈ, ਔਰ ਸਾਡੀ ਸਕ੍ਰਿਪਟ ਜਿਹੜੀ ਹੈ ਉਹ ਗੁਰਮੁਖੀ ਹੈ। ਹੁਣ ਬੜਾ ਇੰਟਰਸਟਿੰਗ ਇੱਕ ਹੋਰ ਆਪਸ਼ਨ ਹੈ ਸਾਡੇ ਕੋਲ, ਸ਼ਾਹਮੁਖੀ। तो ਜਦੋਂ ਵੀ ਮੈਂ ਕਲਾਸ ਵਿੱਚ ਇਹ ਦੱਸਦੀ ਹਾਂ ਬੱਚੇ ਬੜੇ ਹੈਰਾਨ ਹੋ ਜਾਂਦੇ ਆ ਕਿ ਪੰਜਾਬੀ ਨੂੰ ਲਿਖਣ ਵਾਸਤੇ 2 ਸਕ੍ਰਿਪਟਸ ਪੋਸੀਬਲ ਹੈ ਬੇਟਾ। there are 2 scripts। शाहमुखी पाकिस्तान में यूज होती है और वो उर्दू की तरह नक्सली स्क्रिप्ट में लिखी जाती है। so that is used in the पाकिस्तानी part of the पंजाब। इंडिया का जेड़ा पंजाब है या इंडिया की जेड़ी पंजाबी है वो गुरमुखी विच है। गुरु साहिब की सारी बाणी गुरमुखी विच है। तो ਅਸੀਂ ਗੁਰਮੁਖੀ ਪੜ੍ਹਦੇ ਹਾਂ ਇਸ ਲਈ। ਬਟ ਇਹ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਕ੍ਰਿਪਟਸ ਕਿੰਨੀਆਂ ਪੋਸੀਬਲ ਹੈ, 2 ਸਕ੍ਰਿਪਟ ਪੋਸੀਬਲ ਹੈ। ਓਕੇ, ਫਿਰ ਅਸੀਂ ਕਹਿੰਦੇ ਹਾਂ ਕਿ ਕੀ ਗੁਰਮੁਖੀ ਅਸੀਂ ਕਹਿੰਦੇ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਬਣਾਈ। I will just take 5 minutes। I hope ਮੇਰੇ ਕੋਲ 5 ਮਿੰਟ ਹੈ ਗੱਲ ਕਰਨ ਦੀ। ਅੰਗਦ ਵੀਰ ਜੀ is it fine? ਮੈਨੂੰ 5 ਮਿੰਟ ਹੋਰ ਲੱਗਣਗੇ। ਹਾਂਜੀ ਹਾਂਜੀ ਪਲੀਜ਼। तो ਅਸੀਂ ਕਹਿੰਦੇ ਹਾਂ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਸਕ੍ਰਿਪਟ ਬਣਾਈ। ਹੁਣ ਬਣਾਈ ਦਾ ਕੀ ਮਤਲਬ? नो, ਗੁਰੂ ਅੰਗਦ ਦੇਵ ਜੀ ਨੇ ਆਰਗੇਨਾਈਜ਼ ਕੀਤੀ। ਇਹ ਆਪਣੇ ਦਿਮਾਗ ਵਿੱਚ ਬਿਲਕੁਲ ਕਲੀਅਰਲੀ ਬਿਠਾ ਦਿਓ ਕਿ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਗੁਰਮੁਖੀ ਸੀ। ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ ਗੁਰਮੁਖੀ ਸੀ। ਗੁਰਮੁਖੀ ਉਸ ਤੋਂ ਵੇ ਬਿਯੋਂਡ ਪਹਿਲੇ ਸੀ, ਅਰਾਊਂਡ 1000 AD ਤੋਂ ਬਾਅਦ ਗੁਰਮੁਖੀ ਡੈਫੀਨੇਟਲੀ ਸੀ। ਹੁਣ ਅਸੀਂ ਕਿਉਂ ਕਹਿੰਦੇ ਆ, ਮੈਂ ਕਿਉਂ ਕਹਿ ਰਹੀ ਹਾਂ ਸੀ ਅਰਾਊਂਡ 1000, ਕਿਉਂਕਿ ਕੀ ਹੋਇਆ ਨਾ ਸਾਡੇ ਕੋਲ ਕੋਈ ਵੀ ਰਿਟਨ ਪ੍ਰੂਫ
नहीं है। एक तो उस वेले ट्रेंड नहीं सी पहली गल, जे थोड़ा बहुत किसी ने कुछ मेंटेन किया भी ते पंजाब दा फ्रंटियर एरिया होने करके ਜਦੋਂ ਅਫਗਾਨੀ ਹਮਲੇ, ਫੌਰਨ ਹਮਲੇ, ਕਿੰਨੇ ਵੀ ਹਮਲੇ ਇੰਡੀਆ ਦੇ ਉੱਤੇ ਉਸਨੂੰ ਲੁੱਟ ਪਾਟ ਕਰਨ ਲਈ ਹੁੰਦੇ ਸੀ ਤਾਂ ਪੰਜਾਬ ਦਾ ਏਰੀਆ ਫਰੰਟੀਅਰ ਤੇ ਹੁੰਦਾ ਸੀ। ਜਿਹੜੀ ਵੀ ਧੱਕਾ ਹੁੰਦਾ ਸੀ ਉਹ ਪਹਿਲਾਂ ਪੰਜਾਬ ਤੇ ਹੋ ਜਾਂਦਾ ਸੀ। तो इन्नियां जंगा सह सह के पंजाब का बड़ा नुकसान हो गया, जिसके अंदर लिटरेचर भी काफी डिस्ट्रॉय हो गई। तो इस करके सानू कोई निश्चित रूप में इसका प्रूफ नहीं मिलता कि केड़ी ईयर विच ए रही होएगी गुरमुखी, बट डेफिनेटली ए गुरु नानक देव जी तो पहला सी, डेफिनेटली सी। और गुरु अंगद देव जी तक उन्होंने रियलाइज किया, गुरु नानक देव जी ने ही इनफैक्ट गुरु अंगद देव जी को हिंट किया कि भाई गुरमुखी जिहड़ी है इसको कुछ ऑर्गेनाइज किया जाए। तो गुरु अंगद देव जी ने ऊड़ा एड़ा सी, इट वाज देयर। गुरु अंगद देव जी ने नहीं बनाया कि हाँ जी देखो सारे बच्चे गुरु ऊड़ा इंज लिखोगे, नो 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 नो, ऑलरेडी एग्जिस्ट करता सी। गुरु अंगद देव जी ने सिर्फ उसनू एक फॉर्मैट दिता, जेड़ा फॉर्मैट ਅਸੀਂ यूज करते हैं, जिवें फॉर एग्जांपल ऊड़ा एड़ा ईड़ी ससा हाहा। चलो लेट मी बिफोर फ्लिपिंग टू द नेक्स्ट स्लाइड, ए वाला जो फॉर्मैट है, ठीक है, ए ਅਸੀਂ पूरे 35 ਅੱਖਰ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਦਿੱਤੇ। ਇਹ ਜਿਹੜੀ ਆਰਗੇਨਾਈਜੇਸ਼ਨ ਹੈ ਕਿ ਊੜੇ ਤੋਂ ਬਾਅਦ ਐੜਾ ਈੜੀ ਸੱਸਾ ਹਾਹਾ ਫਿਰ ਕੱਕਾ ਕੱਕੇ ਤੋਂ ਬਾਅਦ ਖੱਖਾ, ਇਹ ਜਿਹੜਾ ਆਰਡਰ ਸੈੱਟ ਕੀਤਾ ਇਹ ਗੁਰੂ ਅੰਗਦ ਦੇਵ ਜੀ ਨੇ ਕੀਤਾ। ਔਰ ਉਹਨਾਂ ਨੇ ਬਹੁਤ ਬੱਚਿਆਂ ਨੂੰ ਗੁਰਮੁਖੀ ਪੜ੍ਹਾਈ, ਉਹਨਾਂ ਨੇ ਸਿਖਲਾਈ ਬਹੁਤ ਬੱਚਿਆਂ ਨੂੰ। तो ਅਸੀਂ जल्दी फटाफट देखेंगे कि ਜਿਹੜੀ शाहमुखी है, शाहमुखी और गुरमुखी दो ऐसियां स्क्रिप्ट्स हैं ਜਿਹਦੇ ਵਿੱਚ ਪੰਜਾਬੀ ਲੈਂਗੁਏਜ ਨੂੰ ਲਿਖਿਆ ਜਾ ਸਕਦਾ ਹੈ, ਰਾਈਟ। ਦੈਨ ਅਸੀਂ ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਆਰਗੇਨਾਈਜ਼ ਕੀਤਾ, ਬਟ ਇਹ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਐਗਜ਼ਿਸਟ ਕਰਦੀ ਸੀ। ਜੋ ਹੁਣ ਤੁਹਾਡੇ ਸਕਰੀਨ ਦੇ ਉੱਤੇ ਹੈ ਇਹ ਉਹ ਆਰਗੇਨਾਈਜੇਸ਼ਨ ਹੈ ਜੋ ਗੁਰੂ ਅੰਗਦ ਦੇਵ ਜੀ ਨੇ ਕੀਤੀ। 35 ਅੱਖਰਾਂ ਨੂੰ ਇੱਕ ਸੈਟ ਪੈਟਰਨ ਵਿੱਚ ਸਾਨੂੰ ਬਣਾ ਕੇ ਦਿੱਤਾ, ਜਿਸ ਨੂੰ ਅਸੀਂ ਪੰਜਾਬੀ ਵਰਣਮਾਲਾ ਕਹਿੰਦੇ ਹਾਂ, ਠੀਕ ਹੈ। ਫਿਰ ਸਮੇਂ ਦੀ ਲੋੜ ਐਸੀ ਹੋਈ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਇਹ 6 ਅੱਖਰ ਇਹਨਾਂ ਵਿੱਚ ਐਡ ਕਰਨੇ ਪੈ ਗਏ, ਇਹ 6 ਅੱਖਰ। ਸੋ ਵਾਟ ਐਮ ਆਈ ਟ੍ਰਾਈਂਗ ਟੂ ਸੇ, ਇਹ 35 ਅੱਖਰ, ਇਹ 35 ਪਲੱਸ ਇਹ 6, ਇਹ ਵਾਲੇ 6, ਇਹ 6 ਮਿਲਾ ਕੇ ਇਹ ਟੋਟਲ ਸਿੰਪਲ ਮੈਥ ਦਾ ਕੁਐਸਚਨ ਹੈ, 35 ਜਮਾ 6 ਇਜ਼ ਇਕੁਅਲ ਟੂ 41। ਹੁਣ ਸਾਡੀ ਪੰਜਾਬੀ ਵਰਣਮਾਲਾ ਵਿੱਚ 41 ਅੱਖਰ ਨੇ, 41, ਰਾਈਟ। ਸੋ ਇਹ ਹੁਣ ਸਾਡੀ ਦਿਸ ਇਜ਼ ਦ ਫਾਰਮੈਟ ਆਫ ਪੰਜਾਬੀ ਵਰਣਮਾਲਾ, 41 ਅੱਖਰਾਂ ਵਾਲਾ, 41 41, क्योंकि 6 ਅੱਖਰ ਬਾਅਦ ਵਿੱਚ ਐਡ ਕੀਤੇ ਗਏ, ਓਕੇ। तो और फिर साडे कोल मात्रा ने 10 मात्रा ने 10 लगा, ठीक है। तो मैं इस करके भी थोड़ा दस रही हाँ क्योंकि हो सकता है थोड़ा जेड़ा क्विज है इस तो बाद ओदे विच तुहानू ए सारा कुछ दसना पै जाए, तो बड़ी केयरफुली सुनना जरा, इट इज जस्ट एन इंट्रोडक्शन। तो साडे कोल 2 लिपियां ने, 10 मात्रावां ने और 10 मात्रावां नू यूज करके ਅਸੀਂ ਵੱਖਰੇ ਵੱਖਰੇ वर्ड्स बना ਲੈਂਦੇ ਆ। फिर साडे कोल पैरी अखर है। ਹੁਣ ਇੱਕ ਬੜੀ ਇੰਪੋਰਟੈਂਟ ਚੀਜ਼ ਹੈ, ਪੰਜਾਬੀ ਦੇ ਅੰਦਰ ਅਸੀਂ ਹਾਹਾ, ਰਾਰਾ ਔਰ ਵੱਵਾ 3 ਪੈਰੀ ਅੱਖਰ ਯੂਜ਼ ਕਰਦੇ ਹਾਂ। ਸਿਰਫ ਹਾਫ ਅੱਖਰ ਦੇ ਤੌਰ ਤੇ 3 ਅੱਖਰ ਨੇ, ਓਨਲੀ 3 ਜਿਹੜੇ ਅੱਧੇ ਅੱਧੇ ਯੂਜ਼ ਹੁੰਦੇ ਆ, ਰਾਈਟ। ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤੇ ਸਾਡੇ ਕੋਲ 8 ਅੱਖਰ ਪੈਰੀ ਹੁੰਦੇ ਆ। ਦੈਟ ਇਜ਼ ਬਿਸਾਈਡਸ ਦ ਪੁਆਇੰਟ। ਹਾਲੇ ਤੁਸੀਂ ਇਹ ਯਾਦ ਰੱਖੋਗੇ ਕਿ ਸਾਡੇ ਕੋਲ 3 ਪੈਰੀ ਅੱਖਰ ਹੈ। तो इस तरीके नाल बेटा आजकल ਜਿਹੜੀ ਹੈ ਗੁਰਮੁਖੀ ਪੜ੍ਹਾਈ ਜਾਂਦੀ ਹੈ। So it is not boring at all, it is extremely interesting। और गुरमुखी पढ़ने की कहानी नाल जुड़ी है। और दूसरा कि ਇਹ ਮੇਰੀ अपील है ਸਾਰਿਆਂ ਨੂੰ कि प्लीज समझ आ गई है, पर टाइम बहुत ओवर हो गया ना। each one teach one। क्यों मैं कह रही हूँ कि जेड़े पंजाबी लिटरेट लोग ने, लेडीज हैं, जेंट्स हैं, बच्चे हैं जिन्हां नूं पंजाबी आंदी है, हर एक बच्चा एक बच्चे ਨੂੰ ਪੰਜਾਬੀ ਪੜਾਏ ਤੇ ਈਚ ਵਨ ਟੀਚ ਵਨ ਨਾਲ ਅਸੀਂ ਆਰਾਮ ਨਾਲ ਆਪਣਾ ਜਿਹੜਾ ਟਾਰਗੇਟ ਹੈ ਪੰਜਾਬੀ ਸਿੱਖਣ ਦਾ, ਗੁਰਮੁਖੀ ਸਿੱਖਣ ਦਾ ਅਚੀਵ ਕਰ ਸਕਦੇ ਹਾਂ, ਠੀਕ ਹੈ। तो ਬਹੁਤਾ ਸਮਾਂ ਲੈ ਲਿਆ ਮੈਂ, so sorry, I mean I love to talk to you। ਇੰਨੇ ਸਾਰੇ ਬੱਚੇ ਦੇਖ ਕੇ 98 ਅਜੇ ਵੀ ਮੈਨੂੰ ਦਿਖਾ ਰਹੇ ਨੇ। ਸੋ ਜਦੋਂ ਅਸੀਂ ਬਹੁਤ ਸਾਰੇ ਆਡੀਅנס ਨਾਲ ਜੁੜਦੇ ਹਾਂ ਤੇ ਸਾਡਾ ਇੰਟਰੈਕਟ ਕਰਨ ਦਾ ਜੀ ਕਰਦਾ ਹੈ। तो ਬਹੁਤਾ ਸਮਾਂ ਨਾ ਲੈਂਦੇ ਹੋਏ ਮੈਂ ਵਾਈਂਡ ਅਪ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਬੜੀ ਇੰਟਰਸਟਿੰਗ ਗੱਲ ਚੱਲ ਰਹੀ ਸੀ, ਇਸ ਕਰਕੇ ਥੋੜਾ ਲੇਟ ਹੋ ਗਿਆ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਬੀਬੀ ਪਵਨਜੀਤ ਕੌਰ ਜੀ ਦਾ, ਜਿਨ੍ਹਾਂ ਨੇ ਬੜੀਆਂ ਹੀ ਕੀਮਤੀ ਸੁਜੈਸ਼ਨਸ ਦਿੱਤੀਆਂ ਨੇ ਔਰ ਸਾਨੂੰ ਉਸ ਨੂੰ ਫਾਲੋ ਕਰਨੀਆਂ ਚਾਹੀਦੀਆਂ ਨੇ। ਸੋ ਟਾਈਮ ਆਲਰੇਡੀ ਬਹੁਤ ਜ਼ਿਆਦਾ ਹੋ ਚੁੱਕਾ ਹੈ। ਹੁਣ ਮੈਂ ਅੰਗਦ ਸਿੰਘ ਜੀ ਨੂੰ ਬੇਨਤੀ ਕਰਾਂਗੀ ਕਿ ਕੱਲ ਦੇ ਪ੍ਰੋਗਰਾਮ ਬਾਰੇ ਜੋ ਇੰਸਟਰਕਸ਼ਨ ਦੇਣੀਆਂ ਨੇ ਉਹ ਦੇ ਲੈਣ। ਹੋਰ ਪ੍ਰੋਗਰਾਮ ਇਸ ਤੋਂ ਜ਼ਿਆਦਾ ਲੰਬਾ ਅਸੀਂ ਕਰ ਨਹੀਂ ਸਕਦੇ। ਕੱਲ ਦੇ ਪ੍ਰੋਗਰਾਮ ਦੀਆਂ ਇੰਸਟਰਕਸ਼ਨ ਦੇਣੀਆਂ ਬਹੁਤ ਜ਼ਰੂਰੀ ਨੇ। ਸੋ ਅੱਜ 5-7 ਮਿੰਟ ਅਗਰ ਲੇਟ ਹੋ ਗਏ ਤੇ ਸਾਨੂੰ ਖਿਮਾ ਕਰਨਾ। ਹੁਣ ਮੈਂ ਅੰਗਦ ਸਿੰਘ ਜੀ ਨੂੰ ਕਹਾਂਗੀ ਕਿ ਕੱਲ ਦੀ ਵਾਸਤੇ ਇੰਸਟਰਕਸ਼ਨਸ ਦੇ। ਓਕੇ ਟੂ ਅੰਗਦ ਸਿੰਘ। ਹਾਂਜੀ ਬੱਚਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦੀ ਇੰਸਟਰਕਸ਼ਨ ਦੇਣ ਤੋਂ ਪਹਿਲੇ ਮੈਂ ਇੱਕ ਇੰਪੋਰਟੈਂਟ ਪੁਆਇੰਟ ਡਿਸਕਸ ਕਰਨਾ ਚਾਹਾਂਗਾ ਅੱਜ ਦੇ ਲੈਕਚਰ ਬਾਰੇ, ਪੰਜਾਬੀ ਬਾਰੇ। ਵੈਸੇ ਸ਼ਾਇਦ ਡਿਸਕਸ ਹੋਏਗਾ ਲੇਕਿਨ ਕਿਤੇ ਬੱਚਿਆਂ ਨੇ ਨਾ ਸੁਣਿਆ ਹੋਏ। ਪੰਜਾਬੀ ਵਿੱਚ ਮਾਤਰਾ ਜਿਹੜੀ ਹੁੰਦੀ ਹੈ, ਲਗਾਨ, ਉਹ 10 ਹੁੰਦੇ ਹੈ। ਸੋ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈਗਾ ਪੰਜਾਬੀ ਬਾਰੇ। ਮਾਤਰਾ 10 ਮਾਤਰਾ ਹੁੰਦੀਆਂ ਪੰਜਾਬੀ ਗੁਰਮੁਖੀ ਵਿੱਚ। ਠੀਕ ਹੈ ਬੱਚਿਓ, ਸੋ ਇਹ ਚੀਜ਼ ਧਿਆਨ ਰੱਖਣਾ। ਉਸ ਤੋਂ ਬਾਅਦ ਕੱਲ ਦੇ ਬਾਰੇ ਮੈਂ ਦੱਸਦਾ ਸਭ ਬੱਚਿਆਂ ਨੂੰ। ਕੱਲ ਇੱਕ ਮੇਗਾ ਕੁਇਜ਼ ਹੋਣ ਵਾਲਾ ਹੈ। ਜੇ ਤੁਸੀਂ ਕੱਲ ਗਰੁੱਪ ਵਿੱਚ ਮੈਸੇਜ ਪੜਿਆ ਹੋਏਗਾ, ਥੋੜਾ ਕੱਲ ਰਾਤੀ ਲੇਟ ਭੇਜਿਆ ਸੀ ਮੈਸੇਜ। ਸੋ ਕੱਲ ਇੱਕ ਮੇਗਾ ਕੁਇਜ਼ ਹੋਏਗਾ ਜਿਹਦੇ ਕੁਝ ਟੌਪਿਕਸ ਨੇ। ਉਸ ਮੇਗਾ ਕੁਇਜ਼ ਵਿੱਚ ਹੋ ਸਕਦਾ ਹੈ 25 ਤੋਂ 30 ਕੁਐਸਚਨਸ ਹੋਣ ਤੇ ਉਹ 10 ਜਾਂ 12 ਮਿੰਟ ਦਾ ਕੁਇਜ਼ ਹੋਏਗਾ ਟੋਟਲ। ਜਿਸ ਤਰ੍ਹਾਂ ਕਿ ਤੁਹਾਡਾ ਰੋਜ਼ ਕੁਇਜ਼ ਹੁੰਦਾ ਹੈ 5 ਕੁਐਸਚਨ ਦਾ, ਕੱਲ ਇੱਕ ਕੁਇਜ਼ ਹੋਏਗਾ ਜੋ ਕਿ ਥੋੜਾ ਵੱਡਾ ਹੋਏਗਾ, 20 ਜਾਂ 25 ਜਾਂ 30 ਕੁਐਸਚਨ ਹੋ ਸਕਦੇ हैं। ਸੋ ਉਸ ਕੁਇਜ਼ ਦਾ ਸਿਲੇਬਸ ਮੈਂ ਭੇਜ ਚੁੱਕਾ ਹूं ਗਰੁੱਪ ਵਿੱਚ। ਉਹਦੇ ਮੈਂ ਟੌਪਿਕਸ ਇੱਕ ਵਾਰੀ ਤੁਹਾਨੂੰ ਸਭ ਨੂੰ ਦੱਸ ਦੇਣਾ। ਸੋ ਉਹਦੇ ਟੌਪਿਕਸ ਨੇ 10 ਗੁਰੂ ਸਾਹਿਬਾਨ, 5 ਪਿਆਰੇ, 4 ਸਾਹਿਬਜ਼ਾਦੇ, ਸਿੱਖ ਸ਼ਹੀਦ, ਦਿੱਲੀ ਦੇ 10 ਇਤਿਹਾਸਿਕ ਗੁਰਦੁਆਰੇ, ਸਿੱਖਾਂ ਦੇ 5 ਤਖਤ, ਕੁਝ ਬੇਸਿਕ ਕੁਐਸਚਨਸ ਹੋਣਗੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ, ਕੁਝ ਬੇਸਿਕ ਕੁਐਸਚਨਸ ਹੋਣਗੇ ਨਿਤਨੇਮ ਦੀ ਬਾਣੀਆਂ ਬਾਰੇ। ਸੋ ਇਹ ਕੁਐਸਚਨਸ ਹੋ ਸਕਦੇ हैं। ਇਹਨਾਂ ਦੇ ਰਿਲੇਟਡ ਕੁਐਸਚਨ ਹੋ ਸਕਦੇ हैं। सब ਬੱਚਿਆਂ ਨੇ ਇਹਨਾਂ ਬਾਰੇ ਪੜ੍ਹਨਾ ਹੈ ਅੱਜ ਬੈਠ ਕੇ। ਜੋ ਵੀ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ, ਬੇਸਿਕ ਇਨਫੋਰਮੇਸ਼ਨ ਲੈਣੀ ਹੈ। ਕੁਝ ਪੁਆਇੰਟਸ ਆਲਰੇਡੀ ਇਸ ਕਲਾਸ ਵਿੱਚ ਡਿਸਕਸ ਹੋ ਚੁੱਕੇ हैं ਲਾਸਟ 2 ਹਫ਼ਤਿਆਂ ਵਿੱਚ। ਕੁਝ ਨਵੇਂ ਪੁਆਇੰਟਸ ਹੋ ਸਕਦੇ हैं, ਕੁਝ ਨਵੇਂ ਕੁਐਸਚਨ ਹੋ ਸਕਦੇ हैं। ਤੁਸੀਂ ਇਹਨਾਂ ਬਾਰੇ ਪੜ੍ਹਨਾ ਹੈ। ਸਿਲੇਬਸ ਮੈਂ ਇੱਕ ਵਾਰੀ ਦੁਬਾਰਾ ਭੇਜਾਂਗਾ ਅੱਜ, ਤੁਸੀਂ ਸਭ ਬੱਚਿਓ ਪੜ੍ਹ ਸਕਦੇ ਹੋ ਕੀ ਸਿਲੇਬਸ ਹੈ। ਮਾਨਵਕਾਰ ਸਿੰਘ ਦਾ ਇੱਕ ਕੁਐਸਚਨ ਹੈ, ਜਲਦੀ ਪੁੱਛੋ ਬੱਚੇ। ਵੀਰ ਜੀ, ਸਿੱਖ ਸ਼ਹੀਦ ਤਾਂ ਬਹੁਤ ਸਾਰੇ ਨੇ। ਜਿਹੜੇ ਸਿੱਖ ਸ਼ਹੀਦਾਂ ਬਾਰੇ ਅਰਦਾਸ ਵਿੱਚ ਜ਼ਿਕਰ ਹੁੰਦਾ ਨਾ, ਤੁਸੀਂ ਉਹਨਾਂ ਬਾਰੇ ਪੜ੍ਹ ਸਕਦੇ ਹੋ। ਠੀਕ ਹੈ ਬੱਚਿਓ। ਸੋ ਕਿਸੇ ਨੂੰ ਵੀ ਹੋਰ ਕੋਈ ਵੀ ਕੁਐਸਚਨ ਹੈ ਉਹ ਮੈਨੂੰ ਮੈਸੇਜ ਕਰ ਸਕਦਾ ਹੈ ਜਾਂ ਕਮਲ ਜੀ ਨੂੰ ਮੈਸੇਜ ਕਰ ਸਕਦੇ ਹੈ। ਗਰੁੱਪ ਵਿੱਚ ਉਹਨਾਂ ਦਾ ਨੰਬਰ ਹੈ। ਸੋ ਆਈ ਥਿੰਕ ਇਹ ਮੇਨ ਡਿਸਕਸ ਅਨਾਉਂਸਮੈਂਟ ਸੀਗੀ ਅੱਜ ਦੀ। ਅੱਜ ਵੀ ਕੁਇਜ਼ ਹੋਏਗਾ। ਅੱਜ ਦਾ ਕੁਇਜ਼ ਅੱਜ ਦੇ ਲੈਕਚਰ ਦੇ ਬੇਸਿਸ ਹੈ, ਬੇਸਡ ਹੈ। ਸੋ सब बच्चे ने ध्यान ਨਾਲ ਉਹ क्विज करना है। ओके बच्चों। सो सब बच्चे पोस्टर दिखा के फतेह बुलाएंगे। वाहिगुरु जी का खालसा, वाहिगुरु जी की फतेह। हाँ जी बच्चे बोलो। सर शायद मैं कल ना ज्वाइन कर पाऊंगा क्योंकि कल बच्चे